पहुँचे तिह के जाए समीपा। द्वादश सम्मत फिरत बिताए। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु सवारे गुरु प्यारे सतगुरां दे साजे नवाजे गुरु खालसा साध संगत माई भाई जी, धन हन साहिब कमाल धन कलगीधर पातशाह महाराज, दीन दुनिया की रखिया करन वाले, निमाणियां नूं माण देण वाले, निताणियां नूं ताण देण वाले, जालमां दा नाश करन वाले सच्चे पातशाह महाराज। ऐसे गरीब नवाज ਹਨ गरीब सच्चे पातशाह जी, जिन्हां दे परोपकारां दा अंत ही नहीं पाया जाता, बेअंत तो बेअंत ਹਨ। ये जो हजूर दे पावन पवित्र चरण परस रहे हैं, सोहणे सतगुरां दे दर्शनां दा सुभागा समा प्राप्त हो रहा है। ये भी कलगीधर पातशाह महाराज जी दे एक साडे उपर ये परोपकार ही है। हजूर अपने जान के परोपकार करते हैं, दया करते हैं, रहमत करते हैं, मेहर करते हैं, तां अपने प्यारिਆਂ ਨੂੰ ਇਹ ਸੁਭਾਗਾ ਸਮਾਂ ਬਖਸ਼ਦੇ ਹਨ। ਬੇਅੰਤੀ ਗੁਰਮੁਖ ਜਨ ਐਸੇ ਹੈ ਜਿਨ੍ਹਾਂ ਦੇ ਮਨ ਵਿੱਚ ਚਾਉ ਬਣਿਆ ਰਹਿੰਦਾ ਹੈ, ਸੱਚੇ ਪਾਤਸ਼ਾਹ ਕਦੋਂ ਦਇਆ ਕਰਨਗੇ, ਕਦੋਂ ਰਹਿਮ ਹੋਏਗੀ, ਰਹਿਮਤ ਹੋਊਗੀ ਸਾਡੇ ਉੱਪਰ। ਜੋ ਹਜੂਰ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਵੇਗਾ। ਮਨ ਵਿੱਚ ਅਰਦਾਸਾਂ ਕਰਦਿਆਂ ਵੀ ਉਹ ਸੁਭਾਗ ਸਮਾਂ ਬਹੁਤ ਮੁਸ਼ਕਲ ਨਾਲ ਪ੍ਰਾਪਤ ਹੁੰਦਾ, ਜਿਹਦੇ ਉੱਪਰ ਦਇਆ ਕਰਦੇ ਗਰੀਬ ਨਵਾਜ ਜੀ। ਸੋ ਆਪ ਸਾਰੀਆਂ ਸੰਗਤਾਂ ਵਡਭਾਗੇ ਹੋ ਜੋ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਰਸ ਰਹੇ ਹੋ, ਦਰਸ਼ਨ ਕਰ ਰਹੇ ਹੋ। ਸੋ ਸੰਗਤ ਜੀ, ਪਿਛਲੇ ਪਹਿਰ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖ਼ਤ ਸਾਹਿਬ ਦੇ ਪਿਛਲੇ ਪਹਿਰ ਦੇ ਦੀਵਾਨ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ। ਗੁਰਬਾਣੀ ਪੜ੍ਹਨੀ ਅਤੀ ਜ਼ਰੂਰੀ ਹੈ। ਗੁਰਬਾਣੀ ਦੇ ਅਰਥਾਂ ਨੂੰ ਜਾਣਨਾ, ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਨੀ ਹਰ ਗੁਰਸਿੱਖ ਵਾਸਤੇ ਜ਼ਰੂਰੀ ਹੈ। ਇਸੇ ਪ੍ਰਕਾਰ ਗੁਰਬਾਣੀ ਦੇ ਨਾਲ ਨਾਲ ਗੁਰੂ ਕੇ ਇਤਿਹਾਸ ਤੋਂ ਵੀ ਜਾਣੂ ਹੋਣਾ ਹਰ ਗੁਰਸਿੱਖ ਵਾਸਤੇ ਜ਼ਰੂਰੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ ਸਤਿਗੁਰਾਂ ਦੇ ਪਾਵਨ ਪਵਿੱਤਰ ਬਾਚਨ ਹਨ। ਗੁਰ ਦੇ ਇਤਿਹਾਸ ਨੂੰ, ਸਾਹਿਬਾਂ ਦੇ ਪਾਵਨ ਪਵਿੱਤਰ ਇਤਿਹਾਸ ਨੂੰ, ਆਪਣੇ ਵਡੇਰਿਆਂ ਦੇ ਇਤਿਹਾਸ ਨੂੰ ਜਾਣਨ ਦੇ ਨਾਲ ਗੁਰੂ ਕੀ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਕਾ ਇਤਿਹਾਸ, ਸ਼ਹੀਦਾਂ ਦਾ ਇਤਿਹਾਸ, ਖਾਲਸੇ ਦਾ ਇਤਿਹਾਸ, ਗੁਰੂ ਕੇ ਸਿੱਖਾਂ ਦਾ ਇਤਿਹਾਸ ਸੁਣਨ ਦੇ ਨਾਲ ਮਨ ਦੇ ਵਿੱਚ ਸ਼ਰਧਾ ਭਾਵਨਾ ਪ੍ਰਗਟ ਹੁੰਦੀ ਹੈ। ਜਿਹੜੇ ਹਿਰਦੇ ਭਾਵਨਾ ਤੋਂ ਸ਼ਰਧਾ ਤੋਂ ਹੀਣੇ ਹੁੰਦੇ ਸਾਧ ਸੰਗਤ ਜੀ, ਉਹਨਾਂ ਨੂੰ ਫਲ ਨਹੀਂ ਲੱਗਦਾ, ਸੁੱਕੇ ਦਰਖਤ ਵਾਂਗ ਹੁੰਦੇ, ਜਿਹੜੇ ਖੜ ਸੁੱਕ ਹੋ ਜਾਂਦੇ, ਖਲੋਤੇ ਹੀ ਸੁੱਕ ਜਾਂਦੇ। ਇਹ ਭਾਵਨਾ, ਸ਼ਰਧਾ, ਪਿਆਰ ਗੁਰੂ ਕੇ ਇਤਿਹਾਸ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਜਿਸ ਭਾਵਨਾ ਨੂੰ ਫਲ ਲੱਗਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੀ ਪ੍ਰੀਤੀ ਦਾ, ਪਿਆਰ ਦਾ, ਜਿਹਦੇ ਨਾਲ ਫਲ ਲੱਗਦਾ ਹੈ ਗੁਰੂ ਕੀ ਪ੍ਰਾਪਤੀ ਦਾ, ਚਰਨਾਂ ਦੀ ਪ੍ਰਾਪਤੀ ਦਾ, ਦਰਸ਼ਨਾਂ ਦੀ ਪ੍ਰਾਪਤੀ ਦਾ। ਸੋ ਆਪ ਸਾਰੀਆਂ ਸੰਗਤਾਂ ਵਡਭਾਗੇ ਹੋ ਰਹੇ ਹੋ ਜੋ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਛਲੇ ਪਹਿਰ ਦੇ ਦੀਵਾਨਾਂ ਵਿੱਚ ਕਥਾ ਵਿਚਾਰ ਸਰਵਣ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੀ ਕਥਾ ਸਾਧ ਸੰਗਤ ਜੀ ਚੱਲ ਰਹੀ ਹੈ। ਸਾਹਿਬਾਂ ਨੇ ਇਹ ਜੋ ਸ਼ਬਦ ਉਚਾਰਨ ਕੀਤਾ ਸੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ, ਬਾਲੀ ਰੋਏ ਨਾਹਿ ਪਿਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁਖੀ ਹੈ। ਗਿਆਨ ਤੋਂ ਹੀਣੇ ਲੋਕ ਸਾਰੇ ਹੀ ਦੁਖੀ ਹਨ। ਉਹਨਾਂ ਵਿੱਚ ਕਿਹੜਾ ਕਿਹੜਾ ਦੁਖੀ ਹੈ, ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਕਿਰਪਾ ਕੀਤੀ ਸੀ ਕਿ ਕਿਸ ਤਰ੍ਹਾਂ ਰੋਵੇ ਰਾਮ ਨਿਕਾਲਾ ਪਿਆ ਤੇ ਲక్ష్మణ ਤੇ ਸੀਤਾ ਜੀ ਦਾ ਵਿਛੋੜਾ ਪੈ ਗਿਆ। ਉਸ ਵਿਛੋੜੇ ਵਿੱਚ ਉਹਨਾਂ ਨੂੰ ਰੋਣਾ ਪਿਆ ਸੀਗਾ।
ਘਰ ਦੇ ਵਿੱਚੋਂ ਉਹਨਾਂ ਨੂੰ ਸਾਧ ਸੰਗਤ ਜੀ ਸੋ ਬਨੁਵਾਸ ਹੋ ਗਿਆ ਸੀਗਾ ਕਿ ਕਈ ਮਾਤਾ ਦੇ ਕਹਿਣ ਤੇ ਰਹੋ ਵਿਚਾਰ। ਇਸੀ ਪ੍ਰਕਾਰ ਪਰਸੁਰਾਮ ਰੋਵੈ ਘਰ ਆਇਆ। ਪਰਸੁਰਾਮ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਸੀਗੀ ਕਿ ਕਿਸ ਤਰ੍ਹਾਂ ਪਰਸੁਰਾਮ ਜੀ ਦੇ ਪਿਤਾ ਜਿਹੜੇ ਸੀਗੇ ਜਮਦਗਨ ਰਿਖੀ ਜੀ, ਉਹਨਾਂ ਦਾ ਕਤਲ ਕਰ ਦਿੱਤਾ ਸੀਗਾ ਸਹੰਸਰ ਬਾਹੂ ਰਾਜੇ ਨੇ। ਮਾਂ ਰੇਣਕਾ ਆਪਣੇ ਪਤੀ ਦੀ ਲਾਸ਼ ਨੂੰ ਦੇਖ ਕੇ ਤੇ ਬਹੁਤ ਦੁੱਖ ਦੇ ਵਿੱਚ ਆਣ ਕੇ ਦੁਹੱਥੜਾ ਮਾਰ ਕੇ ਪਿੱਟੀ ਸੀਗੀ। 7 ਦੁਹੱਥੜਾਂ ਪੱਟਾਂ ਤੇ ਮਾਰੀਆਂ, 7 ਛਾਤੀ ਤੇ 7 ਮੂੰਹ ਤੇ। ਪੁੱਤਰ ਪਰਸੁਰਾਮ ਦੇ ਦਿਲ ਨੂੰ ਖਿੱਚ ਪਈ ਕਿ ਮਾਂ ਦੁਖੀ ਹੈ, ਸੋ ਇਸ ਵਾਸਤੇ ਆਏ। ਪੁੱਛਿਆ ਮਾਂ ਕੀ ਕਾਰਨ, ਕਿਉਂ ਇੰਨਾ ਦੁੱਖ ਮੰਨਿਆ? ਕਹਿਣ ਲੱਗੀ ਤੇਰੇ ਪਿਤਾ ਦਾ ਕਤਲ ਕਰ ਦਿੱਤਾ, ਮਾਰ ਦਿੱਤਾ ਤੇਰੇ ਪਿਤਾ ਨੂੰ ਸਹੰਸਰ ਬਾਹੂ ਛਤਰੀ ਰਾਜੇ ਨੇ। ਉਸ ਵੇਲੇ ਪਰਨ ਕੀਤਾ ਸੀ ਪਰਸੁਰਾਮ ਜੀ ਨੇ, ਮੇਰੀ ਮਾਂ ਨੂੰ 21 ਵਾਰ ਕਾਇਟ ਸਹਿਣਾ ਪਿਆ ਹੈ। 7 ਦੁਹੱਥੜਾਂ ਪੱਟਾਂ ਤੇ 7 ਛਾਤੀ ਤੇ 7 ਮੂੰਹ ਤੇ ਮਾਰੀਆਂ। ਮੈਂ 21 ਵਾਰ ਛਤਰੀਆਂ ਦਾ ਨਾਸ਼ ਕਰਾਂਗਾ, ਰਾਜ ਭਾਗ ਖੋਲਵਾਂਗਾ। ਸੋ ਇਸ ਤਰ੍ਹਾਂ ਸੰਗਤ ਜੀ ਕੁਹਾੜਾ ਲੈ ਕੇ ਜੰਗ ਕੀਤਾ ਛਤਰੀਆਂ ਦੇ ਨਾਲ, ਔਰ 21 ਵਾਰ ਛਤਰੀ ਮਿਹਦ ਕੀਤਾ ਸਾਰੇ ਛਤਰੀਆਂ ਨੂੰ ਮਾਰ ਦੇਣਾ, ਮਾਰ ਕੇ ਰਾਜ ਭਾਗ ਬ੍ਰਾਹਮਣਾਂ ਨੂੰ ਦੇ ਦੇਣਾ, ਆਪ ਜੰਗਲ ਵਿੱਚ ਤਪ ਕਰਨ ਨੂੰ ਚਲ ਜਾਣਾ। 21 ਵਾਰ ਇਸ ਤਰ੍ਹਾਂ ਹੋਇਆ ਤੇ ਅੰਤ ਜਿਸ ਵੇਲੇ ਦੇਖਿਆ ਭਈ ਇਹ ਫਿਰ ਰਾਜ ਨਹੀਂ ਭੋਗ ਸਕਦੇ, ਰਾਜ ਗਵਾ ਲੈਂਦੇ ਆ ਬ੍ਰਾਹਮਣ। ਤੇ ਰਾਮਚੰਦਰ ਜੀ ਦਾ ਸਾਹਮਣਾ ਵੀ ਹੋਇਆ ਸੀ ਪਰਸੁਰਾਮ ਜੀ ਦਾ, ਤੇ ਉੱਥੇ ਵਿਰਾਗ ਮਨ ਵਿੱਚ ਉਤਪੰਨ ਹੋਇਆ ਸੀ, ਜਿਨ੍ਹਾਂ ਵਾਸਤੇ ਮੈਂ 21 ਵਾਰ ਛਤਰੀਆਂ ਦਾ ਘਾਣ ਕੀਤਾ, ਨਾਸ਼ ਕੀਤਾ ਹੈ, ਉਹ ਰਾਜ ਭਾਗ ਨਹੀਂ ਸੰਭਾਲ ਸਕੇ। ਇਸ ਤਰ੍ਹਾਂ ਪਰਸੁਰਾਮ ਰੋਵੈ ਘਰ ਆਇਆ। ਪਰਸੁਰਾਮ ਜੀ ਨੂੰ ਵੀ ਰੋਣਾ ਪਿਆ ਸੀਗਾ। ਪਾਂਡਵ ਜਿਹੜੇ ਹੈ ਉਹ ਮਯੂਰ ਬਣ ਕੇ, ਕਾਮੇ ਬਣ ਕੇ ਉਹ ਵੀ ਰੋ ਰਹੇ। ਕਿਵੇਂ ਰੋ ਰਹੇ ਹੈ? ਕੱਲ੍ਹ ਸਾਧ ਸੰਗਤ ਜੀ ਇਹ ਕਥਾ ਆਰੰਭ ਹੋਈ ਸੀਗੀ, ਸਮਾਂ ਸਮਾਪਤ ਹੋਣ ਕਰਕੇ ਸਮਾਪਤੀ ਕਰਨੀ ਪਈ। ਅੱਜ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਜੇ ਨਵਾਜੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਦਿਨ 1947 ਦੇ ਵਿੱਚ ਸਰੀਰ ਦਾ ਚੋਲਾ ਤਿਆਗਿਆ ਸੀਗਾ, ਉਹਨਾਂ ਦੀ ਬਰਸੀ ਦਾ ਸਮਾਗਮ ਸੀਗਾ। ਤੋ ਇਸੇ ਤਰ੍ਹਾਂ ਮਹਾਂਪੁਰਖ ਬਾਬਾ ਨਰਿੰਦਰ ਸਿੰਘ ਸਾਹਿਬ ਜੀ, ਬਾਬਾ ਬਲਵਿੰਦਰ ਸਿੰਘ ਸਾਹਿਬ ਜੀ, ਲੰਗਰ ਸਾਹਿਬ ਵਾਲੇ ਮਹਾਂਪੁਰਖ ਜੋ ਕਾਰ ਦੀ ਸੇਵਾ ਵੀ ਨਾਲ ਬਹੁਤ ਵੱਡੀ ਪੱਧਰ 'ਤੇ ਚਲਾ ਰਹੇ ਹੈ, ਸੰਪਰਦਾਇਕਾਰ ਸੇਵਾ ਦੀ ਹੈ, ਨਾਲ ਲੰਗਰ ਦੀ ਸੇਵਾ ਵੀ ਨਿਭਾ ਰਹੇ ਹੈ। ਉਹਨਾਂ ਵੱਲੋਂ 4 ਮਹਾਂਪੁਰਖਾਂ ਦੀ ਬਰਸੀ ਮਨਾਈ ਗਈ ਸੀਗੀ। ਬਾਬਾ ਨਿਧਾਨ ਸਿੰਘ ਜੀ ਅੱਜ ਦੇ ਦਿਨ ਸਰੀਰ ਦਾ ਚੋਲਾ ਤਿਆਗਿਆ ਸੀਗਾ 4 ਅਗਸਤ ਵਾਲੇ ਦਿਨ 1947 ਨੂੰ। ਉਸੇ ਤਰ੍ਹਾਂ ਮਹਾਂਪੁਰਖਾਂ ਨੇ ਫਿਰ ਅੱਗੇ ਪਰੰਪਰਾ ਅਨੁਸਾਰ ਉਹਨਾਂ ਦੀ ਜਗ੍ਹਾ 'ਤੇ ਜਿਹੜੇ ਮਹਾਂਪੁਰਖ ਸੀ ਸ਼੍ਰੀਮਾਨ ਸੰਤ ਬਾਬਾ ਹਰਿਨਾਮ ਸਿੰਘ ਜੀ, ਉਹਨਾਂ ਦੀ ਜਗ੍ਹਾ 'ਤੇ ਫਿਰ ਬਾਬਾ ਆਤਮਾ ਸਿੰਘ ਜੀ ਮੋਨੀ ਹੋਏ ਹੈ, ਫਿਰ ਬਾਬਾ ਸ਼ੀਸ਼ਾ ਸਿੰਘ ਸਾਹਿਬ ਜੀ, ਤੇ 4 ਹੀ ਮਹਾਂਪੁਰਖਾਂ ਦੀ ਬਰਸੀ ਜਿਹੜੀ ਹੈ ਅੱਜ ਦੇ ਦਿਨ ਇਕੱਠੀ ਮਨਾਉਣ ਦਾ ਉਪਰਾਲਾ ਉਦਮ ਕੀਤਾ। ਸੋ ਅੱਜ ਬਰਸੀ ਦਾ ਦਿਨ ਸੀਗਾ। ਬਹੁਤ ਪਵਿੱਤਰ ਆਤਮਾਵਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਸਾਧੂ ਜਨ ਮਹਾਂਪੁਰਖ ਨਾਮ ਲਈਏ ਤੇ ਗਿਣੇ ਹੀ ਨਹੀਂ ਜਾਂਦੇ। ਬੇਅੰਤ ਉਹ ਰੂਹਾਂ ਆਈਆਂ ਮਹਾਂਪੁਰਖਾਂ ਦੇ ਅਸ਼ੀਰਵਾਦ ਲੈਣ ਵਾਸਤੇ, ਆਪਣੇ ਸਰਧਾ ਦੇ ਫੁੱਲ ਭੇਟਾ ਕਰਨ ਵਾਸਤੇ। ਸੰਗਤਾਂ ਵੀ ਬੇਅੰਤ ਆਈਆਂ ਹਾਜ਼ਰੀਆਂ ਭਰਨ ਵਾਸਤੇ। ਸੋ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪਿਆਰਿਆਂ ਦੀ ਯਾਦ ਵਿੱਚ ਜਿਤਨੀਆਂ ਵੀ ਸਾਧੂ ਮਹਾਂਪੁਰਖ ਸੰਗਤਾਂ ਆਈਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਕਥਾ ਦੀ ਆਰੰਭਤਾ ਹੋ ਰਹੀ ਹੈ। ਇਹ ਪਾਂਡਵ ਜਿਹੜੇ ਹਨ ਇਹ ਮਜ਼ਦੂਰ ਬਣ ਕੇ, ਨੌਕਰ ਬਣ ਕੇ ਕਿਵੇਂ ਰੋਏ ਹੈ, ਇਹ ਕਥਾ ਚੱਲ ਰਹੀ ਸੀ। ਕੱਲ੍ਹ ਆਪ ਜੀ ਨੇ ਸਰਵਣ ਕੀਤਾ ਸੀਗਾ ਕਿ ਪਾਂਡਵ ਜਿਹੜੇ ਹਨ ਇਹਨਾਂ ਨੇ ਸਾਰੀ ਦੁਨੀਆ ਨੂੰ ਜਿੱਤ ਲਿਆ, ਹਉਮੈ ਆ ਗਈ। ਇਸੇ ਪ੍ਰਕਾਰ ਹਉਮੈ ਦੇ ਵਿੱਚ ਆਣ ਕੇ ਇਹਨਾਂ ਨੇ ਆਪਣੇ ਭਰਾਵਾਂ ਦੇ ਨਾਲ ਹੀ ਜੂਆ ਖੇਡਿਆ, ਕੌਰਵਾਂ ਦੇ ਨਾਲ। ਪਹਿਲਾਂ ਸਾਰਾ ਧਨ ਦੌਲਤ ਦਾ ਤੇ ਲਾਤਾ, ਉਹ ਵੀ ਹਾਰ ਗਏ। ਉਪਰੰਤ ਹਾਥੀ ਘੋੜੇ ਊਂਠ ਲਾਏ, ਉਹ ਵੀ ਹਾਰ ਗਏ। ਰਾਤ ਗੜਬੈਲਾਂ ਫੌਜਾਂ ਉਹ ਸਾਰੇ ਦਾਅ 'ਤੇ ਲਾਏ, ਉਹ ਵੀ ਹਾਰ ਗਏ। ਔਰ ਇਸੇ ਤਰ੍ਹਾਂ ਸਾਧ ਸੰਗਤ ਜੀ ਅੰਤ ਨੂੰ ਦ੍ਰੋਪਦੀ ਜਿਹੜੀ ਸੀ 5 ਪਾਂਡਵਾਂ ਦੀ ਧਰਮ ਸੁਪਤਨੀ, ਤੇ ਉਸ ਨੂੰ ਵੀ ਹਾਰ ਗਏ। ਜਿਸ ਵੇਲੇ ਆਪਣੀ ਧਰਮ ਸੁਪਤਨੀ ਨੂੰ ਹਾਰ ਗਏ, ਕੌਰਵਾਂ ਨੇ ਚੜਾਉਣ ਵਾਸਤੇ ਦ੍ਰੋਪਦੀ ਨੂੰ
ਬਹੁਤ ਬੇਪਤੀ ਕਰਕੇ ਬਾਲਾਂ ਤੋਂ ਫੜ ਕੇ ਘਸੀਟਦੇ ਹੋਏ ਰਾਜ ਸਭਾ ਦੇ ਵਿੱਚ ਲਿਆਏ। ਇਸੇ ਤਰ੍ਹਾਂ ਸਾਧ ਸੰਗਤ ਜੀ ਦੁਸ਼ਾਸਨ ਦੁਰਯੋਧਨ ਆਦਿਕ ਜਿਹੜੇ ਹਨ ਉਹ ਦ੍ਰੋਪਦੀ ਨੂੰ ਨਗਨ ਕਰਨ ਲੱਗੇ, ਹੁਕਮ ਕੀਤਾ ਨਗਨ ਕਰੋ। ਤੇ ਐਸੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਨੇ ਕੀਤੀ। ਅਰਾਧਿਆ ਦ੍ਰੋਪਦੀ ਨੇ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕੀਤੀ। ਉਹ ਕੱਪੜਾ ਮੁੱਕਦਾ ਹੀ ਨਹੀਂ, ਖਿੱਚੀ ਜਾਂਦੇ ਆ, ਪਿੱਛੋਂ ਨਵਾਂ ਆਈ ਜਾਂਦਾ, ਨਗਨ ਨਹੀਂ ਹੋਈ। ਦ੍ਰੋਪਦੀ ਦੀ ਪੱਤ ਰੱਖੀ ਹੈ ਭਗਵਾਨ ਜੀ ਨੇ, ਕਰਤੇ ਪੁਰਖ ਵਾਹਿਗੁਰੂ ਨੇ। ਤੇ ਇਸੀ ਪ੍ਰਕਾਰ ਜਾਣੋ ਉਹ ਸਰੀਰ ਮਾਸ ਦਾ ਨਾ ਹੋ ਕੇ ਜਿਵੇਂ ਕੱਪੜੇ ਦਾ ਬਣਿਆ ਹੁੰਦਾ, ਕੱਪੜਾ ਮੁੱਕਦਾ ਹੀ ਨਹੀਂ ਹੈ, ਇਹ ਹਾਲਤ ਹੋਈ ਹੈ। ਅੰਤ ਨੂੰ ਇਹ ਸ਼ਰਤ ਹੋਈ ਸੀਗੀ ਕਿ ਦ੍ਰੋਪਦੀ ਤੁਹਾਨੂੰ ਦੇ ਦਿੰਦੇ ਜਿਹੜੀ ਤੁਸੀਂ ਹਾਰ ਚੁੱਕੇ ਹੋ, ਪਰ ਉਹਦੇ ਵਿੱਚ ਸਾਡੀ ਇੱਕ ਸ਼ਰਤ ਹੈ, 12 ਸਾਲ ਤੁਹਾਨੂੰ ਜੰਗਲਾਂ ਵਿੱਚ ਰਹਿਣਾ ਪਊਗਾ, ਇੱਥੇ ਨਹੀਂ ਰਹਿ ਸਕੋਗੇ। ਔਰ ਇਸੇ ਤਰ੍ਹਾਂ 1 ਸਾਲ ਤੁਹਾਨੂੰ ਗੁਪਤਵਾਸ ਰਹਿਣਾ ਪਊਗਾ। 13ਵਾਂ ਸਾਲ ਜੇ ਕਿਸੇ ਵੀ ਸਾਡੇ ਆਦਮੀ ਨੇ ਤੁਹਾਨੂੰ ਵੇਖ ਲਿਆ, ਪਛਾਣ ਲਿਆ, ਫਿਰ ਦੁਬਾਰਾ 12 ਸਾਲ ਤੁਹਾਨੂੰ ਬਨਵਾਸ ਕੱਟਣਾ ਪਵੇਗਾ। 13ਵਾਂ ਸਾਲ ਜਿਹੜਾ ਹੈ ਉਹ ਗੁਪਤ ਕੱਟਣਾ ਪਵੇਗਾ। ਇਹ ਸ਼ਰਤ ਦੇ ਉੱਤੇ ਪਾਂਡਵਾਂ ਨੂੰ ਸਾਧ ਸੰਗਤ ਜੀ ਕੌਰਵਾਂ ਨੇ ਛੱਡਿਆ ਹੈ, ਜੋ ਦ੍ਰੋਪਦੀ ਨੂੰ ਲੈ ਕੇ ਜੰਗਲਾਂ ਨੂੰ ਤਪ ਕਰਨ ਵਾਸਤੇ ਜਾਂ ਆਪਣਾ ਜੀਵਨ ਬਤੀਤ ਕਰਨ ਵਾਸਤੇ ਗਏ ਹੈ। ਇੱਥੋਂ ਹੀ ਪ੍ਰਸੰਗ ਦੀ ਅੱਗੇ ਆਰੰਭਤਾ ਹੋ ਰਹੀ ਹੈ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜੋ ਕਿਰਪਾ ਕੀਤੀ ਹੈ। ਸੰਗਤ ਜੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਇੱਕੋ ਹੀ ਰੂਪ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਧੰਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਜਿੱਥੇ ਜੂਏ ਦੀ ਬਰਿਆਈ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਵੀ ਜੂਆ ਨਹੀਂ ਖੇਲਣਾ ਭਾਈ, ਹੈ ਤਾਂ ਸਾਰੇ ਉਪਦਰਵ ਮਾੜੇ, ਚੋਰ ਯਾਰ ਜੁਆਰ ਤੇ ਬੁਰਾ ਇਤਾਦਿਕ ਸਾਰੀਆਂ ਬੁਰਾਈਆਂ ਹੀ ਹਨ, ਪਰ ਜੂਏ ਨੂੰ ਤੇ ਵਿਸ਼ੇਸ਼ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਨਖੇਦੀ ਕੀਤੀ ਹੈ। ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਜੂਏ ਦੀ ਨਖੇਦੀ ਕੀਤੀ ਹੈ, ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਜਿੱਥੇ ਰਾਣੀ ਦਮਯੰਤੀ ਦਾ ਤੇ ਨਲ ਰਾਜੇ ਦਾ ਚਰਿੱਤਰ ਉਚਾਰਿਆ ਹੈ, ਉੱਥੇ ਸੱਚੇ ਪਾਤਸ਼ਾਹ ਆਖਰੀ ਦੇ ਵਿੱਚ ਵਾਚਨ ਕਰਦੇ ਹੈ ਭਈ ਐ ਗੁਰੂ ਕੇ ਪਿਆਰਿਓ ਗੁਰ ਸਿੱਖੋ, ਸਭ ਜਗ ਤੇ ਜੂਆ ਬੁਰਾ ਭੂਲ ਨਾ ਖੇਲਿਓ ਰਾਏ। ਭੁੱਲ ਕੇ ਵੀ ਨਾ ਖੇਡਿਓ ਜੂਆ, ਹੈ ਤਾਂ ਸਾਰੀਆਂ ਅਪਾਧੀਆਂ ਮਾੜੀਆਂ, ਚੋਰੀਆਂ ਯਾਰੀਆਂ ਵਿਵਿਚਾਰੀਆਂ ਵਿਕਾਰ ਆਦਿਕ, ਪਰ ਜੂਆ ਤਾਂ ਸੁਪਨੇ ਵਿੱਚ ਵੀ ਨਾ ਕਿਤੇ ਖੇਡਿਓ, ਭੁੱਲ ਕੇ ਵੀ ਨਾ ਖੇਡਿਓ। ਮਹਾਰਾਜ ਦੇ ਵਾਚਨ ਹਨ ਸਾਧ ਸੰਗਤ ਜੀ। ਸੋ ਜੂਆ ਖੇਡਣ ਦੇ ਨਾਲ ਪਾਂਡਵਾਂ ਦੀ ਕੀ ਹਾਲਤ ਹੋਈ, ਰਾਜੇ ਨਲ ਦੀ ਤੇ ਦਮਯੰਤੀ ਦੀ ਕੀ ਹਾਲਤ। ਕਿਤਨੇ ਐਸੇ ਲੋਕ ਹਨ ਜਿਸ ਨੇ ਇਹਨਾਂ ਜੂਏ ਦੇ ਵਿੱਚ ਪੈ ਕੇ ਆਪਣਾ ਆਪ ਬਰਬਾਦ ਕਰ ਲਿਆ। ਸੋ ਇਸੇ ਪ੍ਰਕਾਰ ਪਾਂਡਵਾਂ ਦੀ ਹਾਲਤ ਵੀ ਜੂਏ ਨੇ ਕੀਤੀ ਹੈ। ਕਿਸ ਤਰ੍ਹਾਂ ਇਹਨਾਂ ਦੀ ਬੁਰੀ ਹਾਲਤ ਹੋਈ, ਕਿਵੇਂ ਇਹਨਾਂ ਨੂੰ ਰੋਣਾ ਪਿਆ, ਇਹ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਰਹੇ ਹਨ। ਸਤਿਨਾਮ ਸ੍ਰੀ ਵਾਹਿਗੁਰੂ ਜੀ ਚੌਪਈ ਦੁਆਦਸ ਸੰਮਤ ਫਿਰਤ ਬਿਤਾਏ। ਇਸ ਤਰ੍ਹਾਂ 12 ਸਾਲ ਜੰਗਲਾਂ ਦੇ ਵਿੱਚ ਘੁੰਮਦਿਆਂ ਹੋਇਆਂ ਇਹਨਾਂ ਪਾਂਡਵਾਂ ਨੇ ਬਤੀਤ ਕੀਤੇ। 13ਵੇਂ ਦੁਰਨੋ ਠਹਿਰਾਏ। ਤੇ ਇਸੇ ਤਰ੍ਹਾਂ ਇਹਨਾਂ ਦਾ ਇਹ ਬਚਨ ਹੋਇਆ ਸੀ 12 ਸਾਲ ਤੇ ਜੰਗਲ ਦੇ ਵਿੱਚ ਕੱਟੋਗੇ। 13ਵਾਂ ਸਾਲ ਜਿਹੜਾ ਤੁਸੀਂ ਗੁਪਤਵਾਸ ਰੱਖਣਾ ਹੈ, ਕਿਸੇ ਦੇ ਸਾਹਮਣੇ ਨਹੀਂ ਆਉਣਾ। ਜੇ ਆਓਗੇ ਕਿਸੇ ਨੇ ਪਛਾਣ ਲਿਆ ਤੁਹਾਨੂੰ, ਫਿਰ ਦੁਬਾਰਾ 12 ਸਾਲ ਤੁਹਾਨੂੰ ਇਸੇ ਤਰ੍ਹਾਂ ਜਿਹੜਾ ਹੈ ਬਨਵਾਸ ਕੱਟਣਾ ਪਊਗਾ। 13ਵਾਂ ਸਾਲ ਫਿਰ ਗੁਪਤ ਕੱਟਣਾ ਪਊਗਾ। ਇਹ ਸ਼ਰ੍ਹਾ ਹੋ ਗਈ ਪਾਂਡਵਾਂ ਦੇ ਨਾਲ। ਹੋ ਤੋ ਬਰਾਠ ਮਦਰ ਅਵਨਿਪਾ। ਇਸ ਤਰ੍ਹਾਂ 12 ਸਾਲ ਤਾਂ ਇਹਨਾਂ ਨੇ ਬਤੀਤ ਕਰ ਲਏ ਜੰਗਲ ਦੇ ਵਿੱਚ। 13ਵਾਂ ਸਾਲ ਗੁਪਤਵਾਸ ਕੱਟਣ ਵਾਸਤੇ ਚੱਲੇ ਹੈ। ਵਿਰਾਟ ਰਾਜਾ ਸੀ ਸਾਧ ਸੰਗਤ ਜੀ, ਮਦਰ ਦੇਸ਼ ਦੇ ਰਹਿਣ ਵਾਲਾ। ਮਦਰ ਦੇਸ਼ ਅਸਲ ਦੇ ਵਿੱਚ ਪੰਜਾਬ ਦੀ ਧਰਤੀ ਨੂੰ ਮੰਨਿਆ ਜਾਂਦਾ ਹੈ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੀ ਪਵਿੱਤਰ ਰਚਨਾ ਸ੍ਰੀ ਵਿਚਿੱਤਰ ਨਾਟਕ ਦੇ ਵਿੱਚ ਇਹ ਬਚਨ ਪੰਜਾਬ ਵਾਸਤੇ ਉਚਾਰਨ ਕੀਤੇ ਹੈ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਕਿ ਸਾਡਾ ਅਵਤਾਰ ਜਿਹੜਾ ਸੀ ਉਹ ਤੇ ਪਟਨੇ ਹੋਇਆ, ਤੇ ਫਿਰ ਸਾਨੂੰ ਮਦਰ ਦੇਸ਼ ਹਮਕੋ ਲੈ ਆਏ, ਸਾਨੂੰ ਮਦਰ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਲੈ ਆਏ। ਇਹ ਜਿਹੜਾ ਇਲਾਕਾ ਵਿਦਵਾਨਾਂ ਨੇ ਖੋਜ ਕੀਤੀ ਵੀ ਵਿਰਾਟ ਰਾਜਾ ਹੋਇਆ ਕਿੱਥੋਂ ਦਾ ਹੈ। ਪੰਜਾਬ ਦਾ ਵਿਚਕਾਰਲਾ ਹਿੱਸਾ
ਜਿਹੜਾ ਉਸ ਵੇਲੇ ਲੰਗੜਾ ਲੂਲਾ ਪੰਜਾਬ ਨਹੀਂ ਸੀ, ਸਮੁੱਚਾ ਸਮੂਲਚਾ ਸੰਪੂਰਨ ਪੰਜਾਬ ਸੀ, ਅਖੰਡ ਪੰਜਾਬ ਸੀਗਾ। ਉਹ ਵਿਦਵਾਨਾਂ ਨੇ ਖੋਜ ਕਰਕੇ ਦੱਸਿਆ ਹੈ ਵੀ ਇਹ ਜਿਹੜਾ ਹੋਤੀ ਮਰਦਾਨ ਦਾ ਇਲਾਕਾ ਹੈ ਪੰਜਾਬ ਦੇ ਵਿੱਚ, ਜਿਹੜਾ ਹੁਣ ਪਾਕਿਸਤਾਨ ਵਿੱਚ ਚਲਾ ਗਿਆ ਹੈ, ਇਸ ਇਲਾਕੇ ਦਾ ਰਾਜਾ ਹੋਇਆ ਵਿਰਾਟ ਰਾਜਾ। ਪਹੁੰਚੇ ਤਿਹ ਕੇ ਜਾਏ ਸਮੀਪਾ। ਇਹ ਜਿਹੜਾ ਗੁਪਤਵਾਸ ਕਰਨਾ ਸੀ 13ਵਾਂ ਸਾਲ, ਉਹ ਗੁਪਤਵਾਸ ਦਾ ਸਮਾਂ ਬਤੀਤ ਕਰਨ ਵਾਸਤੇ ਇਹ ਪੰਜੋ ਪਾਂਡਵ ਆਪਦੀ ਦ੍ਰੋਪਦੀ ਨੂੰ ਨਾਲ ਲੈ ਕੇ ਤੇ ਇਹ ਵਿਰਾਟ ਰਾਜੇ ਦੇ ਪਾਸ ਪਹੁੰਚ ਗਏ। ਧਰਮਾਜ ਚੌਪਰ ਕੇਰ ਖਿਡਾਵਾ। ਇਹ ਜਿਹੜਾ ਯੁਧਿਸ਼ਟਰ ਸੀਗਾ ਸਾਧ ਸੰਗਤ ਜੀ, ਗੁਣ ਜਿਹੜਾ ਹੈ ਪਤਾ ਨਹੀਂ ਕਿੱਥੇ ਕਿਹੜੇ ਮਨੁੱਖ ਨੂੰ ਕੀ ਕੰਮ ਦੇ ਦੇਣਾ ਹੈ। ਵੱਧ ਤੋਂ ਵੱਧ ਗੁਣਾਂ ਦਾ ਧਾਰਨੀ ਜੀਵ ਨੂੰ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਹੈ ਕਿ ਵੀ ਉਹ ਕਮੀਨਾ ਵਾਲਾ ਗੁਣ ਸਿੱਖੇ ਤੇ ਉਹਦੇ ਸਾਰੇ ਕੰਮ ਸਿੱਖਣੇ ਚਾਹੀਦੇ ਹੈ। ਸਿਆਣੇ ਪੁਰਸ਼ ਤਾਂ ਆਪਣੀ ਜੁੱਤੀ ਗੱਠਣੀ ਵੀ ਸਿੱਖ ਲੈਂਦੇ, ਵੀ ਕਿਤੇ ਜੋੜਾ ਟੁੱਟ ਜਾਵੇ, ਕੋਈ ਨਾ ਲੱਭੇ ਤੇ ਜੁੱਤਾ ਤੇ ਗੰਢ ਕੇ ਪੈਰਾਂ ਵਿੱਚ ਪਾ ਸਕਦਾ। ਰੋਟੀ ਬਣਾਉਣੀ ਸਿੱਖ ਲੈਂਦੇ, ਕੱਪੜੇ ਧੋਣੇ ਸਿਉਣੇ ਇਤਿਆਦਿਕ ਜੀਵਨ ਨਿਰਵਾਹ ਕਰਨ ਵਾਸਤੇ ਸਾਰੇ ਕਾਰਜ ਸਿੱਖਦੇ। ਇਹਨਾਂ ਪਾਂਡਵਾਂ ਨੇ ਵੀ ਸਾਰਿਆਂ ਨੇ ਸਾਧ ਸੰਗਤ ਜੀ, ਪੰਜਾਂ ਭਰਾਵਾਂ ਨੇ ਕਿਸਮ ਸਿੱਖੇ ਹੋਏ ਸੀਗੇ। ਯੁਧਿਸ਼ਟਰ ਧਰਮ ਦੇ ਪੁੱਤਰ ਮੰਨੇ ਜਾਂਦੇ ਹੈ। ਇਹ ਚੌਪੜ ਦੇ ਵਿੱਚ ਬੜੇ ਮਾਹਰ ਮੰਨੇ ਜਾਂਦੇ ਸੀ। ਸੋ ਚੌਪੜ ਦੀ ਖੇਡ ਸਿਖਾਉਣ ਵਾਸਤੇ ਇਹ ਉਸਤਾਦ ਬਣ ਗਏ ਵਿਰਾਟ ਰਾਜੇ ਦੇ ਪਾਸ ਜਾ ਕੇ। ਕੰਕ ਨਾਮ ਆਪਣੋ ਧਰਵਾਵਾ। ਕਿਉਂਕਿ ਗੁਪਤਵਾਸ ਦੇ ਵਿੱਚ ਨਾਮ ਵੀ ਬਦਲਣਾ ਪੈਣਾ ਸੀ। ਯੁਧਿਸ਼ਟਰ ਜੀ ਨੇ ਆਪਣਾ ਨਾਮ ਯੁਧਿਸ਼ਟਰ ਤੋਂ ਬਦਲ ਕੇ ਕੰਕ ਰਖਵਾ ਲਿਆ। ਭੀਮ ਰਸੋਈਆ ਬੱਲਭ ਨਾਮੋ। ਇਸੇ ਤਰ੍ਹਾਂ ਜਿਹੜਾ ਭੀਮ ਸੀਗਾ, ਇਹ ਸਾਧ ਸੰਗਤ ਜੀ ਲਾਂਗਰੀ ਬੜਾ ਚੰਗਾ ਸੀ, ਬਹੁਤ ਵਧੀਆ ਲੰਗਰ ਬਣਾਇਆ ਕਰਦਾ ਸੀਗਾ। ਤੇ ਇਹ ਰਸੋਈਆ ਲੱਗ ਗਿਆ ਜਾ ਕੇ ਵਿਰਾਟ ਰਾਜੇ ਦੇ, ਤੇ ਬੱਲਭ ਆਪ ਦਾ ਨਾਮ ਰਖਾ ਲਿਆ। ਭੋਜਨ ਕਰਨ ਕੇਨ ਸਭ ਕੰਮ। ਇਹ ਸਾਰਾ ਲੰਗਰ ਤਿਆਰ ਕਰਨਾ, ਚਾਵਲ ਬਣਾਉਣੇ, ਦਾਲਾਂ ਬਣਾਉਣੀਆਂ, ਹਰ ਤਰ੍ਹਾਂ ਦੇ ਭੋਜਨ ਪ੍ਰਸ਼ਾਦ ਤਿਆਰ ਕਰਨੇ, ਇਹ ਕੰਮ ਆਉਂਦਾ ਸੀਗਾ ਭੀਮ ਨੂੰ। ਸੋ ਭੀਮ ਜੀ ਲੰਗਰ ਤਿਆਰ ਕਰਨ ਦੀ ਸੇਵਾ ਵਿੱਚ ਜੁਟ ਗਏ ਰਾਜੇ ਵਿਰਾਟ ਦੇ ਪਾਸ ਜਾ ਕੇ। ਸ਼ਾਸਤਰ ਆਸਤਰ ਧਰ ਬਾਹਰ ਸਭ ਹੈ। ਇਸੇ ਤਰ੍ਹਾਂ ਜਿਹੜੇ ਸ਼ਸਤਰ ਬਸਤਰ ਸੀਗੇ ਸਾਰੇ ਸ਼ਾਹੀ ਠਾਠ ਵਾਲੇ, ਜੰਗੀ ਅਭਿਆਸ ਵਾਲੇ ਸ਼ਸਤਰ ਉਤਾਰ ਦਿੱਤੇ। ਭਾ ਬੇਹੰਡੜਾ ਅਰਜਨ ਤਬ ਹੈ। ਤੇ ਉਹ ਅਰਜਨ ਜਿਸ ਨੂੰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਨੁੱਖਾਂ ਦਾ ਅਵਤਾਰ ਮੰਨਿਆ, ਮਨੁੱਖਾਂ ਵਿੱਚੋਂ ਉਹ ਸਾਧ ਸੰਗਤ ਜੀ ਬਿਪਤਾ ਬਣ ਨਾ ਜਾਵੇ ਕਿਸੇ ਤੇ। ਉਹ ਅਰਜਨ ਜੀ ਦੇ ਤੀਰਾਂ ਤੋਂ ਡਰਦੇ ਹੋਏ ਮੇਘ ਵੀ ਭੱਜ ਜਾਂਦੇ। ਐਸੀ ਤੀਰਾਂ ਦੀ ਵਰਖਾ ਕਰਦਾ ਅਰਜਨ ਕਿ ਪਾਣੀ ਜਿਹੜਾ ਬੂੰਦ ਵੀ ਨਹੀਂ ਧਰਤੀ ਤੇ ਡਿੱਗਣ ਦਿੰਦਾ। ਉਹ ਤੀਰ ਤੇ ਕਮਾਨ ਸ਼ਾਸਤਰ ਲਾ ਕੇ ਰੱਖ ਦੇਣੇ ਪਏ ਅਰਜਨ ਨੂੰ, ਤੇ ਹਿਜੜਾ ਬਣ ਕੇ ਰਾਜੇ ਵਿਰਾਟ ਦੇ ਪਾਸ ਆਪਣਾ ਜੀਵਨ ਬਤੀਤ ਕਰਨ ਲੱਗੇ ਅਰਜਨ ਜੀ। ਉਤਰਾ ਹੋਤੇ ਬਰਾਠ ਕੁਮਾਰੇ। ਸੋ ਸਾਧ ਸੰਗਤ ਜੀ, ਉਤਰਾ ਨਾਮ ਦੀ ਲੜਕੀ ਸੀ ਰਾਜੇ ਵਿਰਾਟ ਦੀ। ਲਗੋ ਸਿਖਾਵਨ ਤੈਹ ਨਿਰਤਕਾਰੇ। ਤੇ ਉਹ ਜਿਹੜੀ ਲੜਕੀ ਸੀ ਨਾ ਰਾਜੇ ਵਿਰਾਟ ਦੀ ਉਤਰਾ, ਉਹਨੂੰ ਨਿਰਤਕਾਰੀ ਸਿਖਾਉਣ ਲੱਗੇ ਅਰਜਨ ਜੀ। ਨੱਚਣ ਦਾ ਅਭਿਆਸ ਜਿਹੜਾ ਹੈ ਉਹ ਕਰਾਉਣ ਲੱਗੇ। ਅਰਜਨ ਨੂੰ ਨੱਚਣਾ ਆਉਂਦਾ ਸੀਗਾ, ਕਿਉਂਕਿ ਕੋਈ ਵੀ ਸਾਧ ਸੰਗਤ ਜੀ ਹੁਨਰ ਗੁਣ ਜਿਹੜਾ ਸਿੱਖਿਆ ਪਤਾ ਨਹੀਂ ਕਿੱਥੇ ਕਿੰਨੇ ਕੰਮ ਦੇ ਜਾਣਾ ਹੈ। ਇਸ ਵਾਸਤੇ ਭੀਮ ਨੂੰ ਰਸੋਈ ਬਣਾਉਣੀ ਆਉਂਦੀ ਸੀ, ਲੰਗਰ ਤਿਆਰ ਕਰਨਾ ਆਉਂਦਾ ਸੀ, ਲਾਂਗਰੀ ਬਣ ਗਏ। ਇਸੇ ਤਰ੍ਹਾਂ ਸਾਧ ਸੰਗਤ ਜੀ ਯੁਧਿਸ਼ਟਰ ਜੀ ਜਿਹੜੇ ਚੌਪੜ ਦੀ ਖੇਡ ਖੇਡ ਲੈਂਦੇ ਸੀ, ਜੋ ਪੁਰਾਣੇ ਰਾਜਿਆਂ ਮਹਾਰਾਜਿਆਂ ਦੇ ਵਿੱਚ ਬਹੁਤ ਮਹਾਨਤਾ ਰੱਖਦੀ ਸੀਗੀ, ਉਹ ਚੌਪੜ ਦੇ ਖਿਡਾਰੀ ਬਣ ਗਏ। ਅਰਜਨ ਜੋ ਹਨ ਉਹਨਾਂ ਨੂੰ ਨੱਚਣ ਦਾ ਬੜਾ ਅਭਿਆਸ ਸੀਗਾ, ਤੇ ਉਹਨਾਂ ਨੇ ਸ਼ਸਤਰ ਬਸਤਰ ਉਤਾਰ ਕੇ ਤੇ ਨੱਚਣਾ ਸ਼ੁਰੂ ਕਰ ਦਿੱਤਾ। ਨਾਲ ਰਾਜੇ ਦੀ ਲੜਕੀ ਸੀਗੀ ਵਿਰਾਟ ਦੀ, ਉਹਦਾ ਨਾਮ ਸੀ ਉਤਰਾ, ਤੇ ਉਸ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਨੱਚਣਾ। ਬਾਜ ਪਾਲ ਕੋ ਬੇਖ ਬਣਾਏ। ਇਸੇ ਤਰ੍ਹਾਂ ਸਾਧ ਸੰਗਤ ਜੀ ਘੋੜਿਆਂ ਦੀ ਸੇਵਾ ਕਰਨ ਦਾ ਭੇਖ ਧਾਰਨ ਕਰ ਲਿਆ ਕਿਸ ਨੇ? ਰਹਿਓ ਨਕੁਲ ਨਿਰਭ ਕੇ ਟਿਕ ਜਾਏ। ਇਹ ਚੌਥਾ ਭਰਾ ਸੀ ਪਾਂਡਵਾਂ ਦਾ ਨਕੁਲ। ਤੇ ਨਕੁਲ ਜਿਹੜਾ ਹੈ ਇਸ ਨੇ ਘੋੜਿਆਂ ਦੀ ਸੇਵਾ, ਘੋੜਸਾਲ ਦੇ ਵਿੱਚ ਜਾ ਕੇ ਸੇਵਾ ਘੋੜਿਆਂ ਦੀ ਆਰੰਭ ਕਰ ਦਿੱਤੀ। ਪਹਾ ਗੋਪਾਲ ਤਬੈ ਸਹਦੇਵਾ। ਇਸੇ ਤਰ੍ਹਾਂ ਪੰਜਵਾਂ ਭਰਾ ਸਾਧ ਸੰਗਤ ਜੀ ਸਹਦੇਵ ਸੀਗਾ। ਸੋ ਇਹ ਜਿਹੜਾ ਗਾਵਾਂ ਪਾਲਣ ਤੇ ਲੱਗ ਗਿਆ, ਗਊਆਂ ਚਰਾਉਣ ਲੱਗ ਪਿਆ ਰਾਜੇ ਦੀਆਂ ਜਾ ਕੇ, ਕਿਉਂਕਿ 13ਵਾਂ ਸਾਲ ਗੁਪਤਵਾਸ ਇਹਨਾਂ ਨੇ ਕੱਟਣਾ ਹੈ।
ਦੁਰ ਕੈ ਰਹੇ ਨਾ ਕੋ ਲਖ ਭੇਵਾ। ਇਹ ਲੋਕੇ ਰਹਿੰਦੇ ਆ, ਕੋਈ ਇਸ ਭੇਦ ਨੂੰ ਨਾ ਜਾਣ ਲੇ, ਕਿਸੇ ਨੂੰ ਪਤਾ ਨਾ ਚੱਲ ਜਾਵੇ ਕਿ ਇਹ ਪੰਜੋ ਪਾਂਡਵ ਆਪਣੀ ਦ੍ਰੋਪਦੀ ਇਸਤਰੀ ਦੇ ਨਾਲ ਇੱਥੇ ਰਹਿ ਰਹੇ ਆ। ਇਸ ਗੱਲ ਨੂੰ ਲੁਕੋ ਕੇ ਹੋਏ ਛਪਾ ਕੇ ਉਹ ਰਾਜੇ ਵਿਰਾਟ ਦੇ ਪਾਸ ਆਪਣਾ 13ਵਾਂ ਗੁਪਤਵਾਸ ਦਾ ਸਾਲ ਬਤੀਤ ਕਰਨ ਲੱਗੇ। ਦੋਹਰਾ ਦੁਰਪਦ ਸੁਤਾ ਹੋਏ ਸਿਆੰਦਰੇ ਨਿਰਪਤ ਨਾਰ ਟਿਕ ਜਾਏ। ਇਸ ਤਰ੍ਹਾਂ ਸਾਧ ਸੰਗਤ ਜੀ, 6ਵੀਂ ਹੈ ਦ੍ਰੋਪਦੀ, ਤੇ ਇਹ ਦ੍ਰੋਪਦੀ ਜਿਹੜੀ ਹੈ ਵਿਰਾਟ ਰਾਜੇ ਦੀ ਜਿਹੜੀ ਰਾਣੀ ਹੈ ਉਹਦੇ ਪਾਸ ਜਾ ਕੇ ਸੇਵ ਕਰਨ ਪਰ ਸੋ ਰਹੇ ਜਿਹ ਤਨ ਰੁਚਿਰ ਸੁਹਾਏ। ਤੇ ਜਾ ਕੇ ਰਾਜੇ ਦੀ ਰਾਣੀ ਦੀ ਇਹ ਸੇਵਾ ਕਰਦੀ ਹੈ ਦ੍ਰੋਪਦੀ। ਚਾਉ ਪਏ ਨਾਗਨ ਸਾਮ ਲਟ ਕੇ ਲਟ ਜਾਂਕੇ। ਹਾਂਜੀ ਮਦਨ ਤਨ ਪਰ ਕੁੱਟੇ ਸੋਠ ਬਾਂਕੇ। ਹਾਂਜੀ ਕੁੰਦ ਰਦਨ ਬਦਨ ਸਸ ਰੰਕਾ। ਉਦਰ ਸਤਰਵੱਲੇ ਮਨੋਹਰ ਜਾਂਕਾ। ਰਤ ਰਤਿ ਘਵ ਜਹ ਦੁਤ ਦੇਖੇ। ਤੀਛਨ ਬਾਨ ਕਟਾਛ ਬਿਸ਼ੇਖੇ। ਕੁਚਾ ਬਨੇ ਜੁਗ ਕਾਮ ਨਗਾਰੇ। ਸਭ ਜਗ ਜੀਤ ਉਲਟ ਜਨ ਡਾਰੇ। ਦੇਵ शिखा से कोकल बैने। गज गामन मृग शावक नयने। जमन प्रमरे नाभ गंभीरा। नखन बिलोकत लाजत हीरा। ਹਾਂਜੀ दोहरा ਸੋ ਸੰਗਤ ਜੀ, ਇਹ ਸਾਰੀ ਚੌਪੀ ਜਿਹੜੀ ਹੈ ਦ੍ਰੋਪਦੀ ਦਾ ਸ਼ਿੰਗਾਰ ਰਸ ਦੇ ਵਿੱਚ ਉਚਾਰਨ ਕੀਤੀ ਹੈ, ਜੋ ਸੰਗਤਾਂ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਸ਼ਿੰਗਾਰ ਰਸ ਇਸ ਤਰ੍ਹਾਂ ਦੇ ਸਰੂਪ ਦੇ ਵਿੱਚ ਵਰਣਨ ਕੀਤਾ ਜਾਵੇ। ਬੀਬੀਆਂ ਦੇ ਗੁਪਤ ਸਰੀਰਾਂ ਦਾ ਵਰਣਨ, ਉਹਨਾਂ ਦੇ ਕੇਸਾਂ ਦਾ, ਸਰੀਰ ਦਾ ਵਰਣਨ, ਦੁੱਧਾਂ ਆਦਿਕ ਦਾ। ਸੋ ਇਸ ਵਾਸਤੇ ਇਹ ਜਿੰਨੀਆਂ ਵੀ ਪੰਕਤੀਆਂ ਆਈਆਂ ਹਨ ਇਹ ਦ੍ਰੋਪਦੀ ਜੀ ਦੇ ਸ਼ਿੰਗਾਰ ਦੇ ਸਰੂਪ ਦੇ ਵਿੱਚ ਵਰਣਨ ਕੀਤੀਆਂ ਹੋਈਆਂ। ਭਾਵ ਸਾਰੀ ਦੁਨੀਆ ਤੋਂ ਜੇ ਸਮਝੀਏ ਤੇ ਉਸ ਸਮੇਂ ਦ੍ਰੋਪਦੀ ਸੁੰਦਰ ਸੀ। दोहरा बहुर ग्रेव के रुचिरता मनह उताए पहाए। ਇਸੇ ਤਰ੍ਹਾਂ ਲੰਬੀ ਗਰਦਨ ਜਿਹੜੀ ਹੈ ਬਹੁਤ ਸੋਹਣੀ ਸੁੰਦਰ ਹੈ, ਉੱਚੀ। चबोक श्यामता राहो जाना दुर्यो ससे में आए। ਤੇ ਇसी ਪ੍ਰਕਾਰ ਸਾਧ ਸੰਗਤ ਜੀ, ਉਹ ਕਾਲਾ ਤਿਲ ਦਾ ਵਰਣਨ ਹੈ ਵੀ ਠੋਡੀ ਤੇ ਦ੍ਰੋਪਦੀ ਜੀ ਦੇ ਕਾਲਾ ਤਿਲ ਸੀਗਾ। चाव पय जेह आगे दासे बाह होवत। ਉਹ ਦ੍ਰੋਪਦੀ ਜਿਹਦੇ ਪਤਾ ਹੀ ਨਹੀਂ ਕਿੰਨੀਆਂ ਕੁ ਦਾਸੀਆਂ ਅੱਗੇ ਸੇਵਾ ਦੇ ਵਿੱਚ ਲੱਗੀਆਂ ਰਹਿੰਦੀਆਂ ਸਨ। सेवा है कर बंदे मोख जोवत। ਅਤੇ ਸੇਵਾ ਕਰਦੀਆਂ ਹੱਥ ਜੋੜ ਕੇ ਦ੍ਰੋਪਦੀ ਦੇ ਅੱਗੇ ਖਲੋਤੀਆਂ ਰਹਿੰਦੀਆਂ, ਮੁਖ ਵੱਲ ਤੱਕਦੀਆਂ ਰਹਿੰਦੀਆਂ ਦਾਸੀਆਂ। ਕਿਹਨੂੰ ਕਿਹੜੇ ਵੇਲੇ ਦ੍ਰੋਪਦੀ ਇਸ਼ਾਰਾ ਕਰੇ ਤੇ ਉਸੇ ਵੇਲੇ ਨੱਠ ਕੇ ਉਹ ਸੇਵਾ ਕਰਦੀ। ਇੰਨੀਆਂ ਦਾਸੀਆਂ ਦੇ ਵਿੱਚ ਉਹ ਘਿਰੀ ਰਹਿੰਦੀ ਸੀ ਦ੍ਰੋਪਦੀ। सो विराट निरपके राजधाने। ਦੇਖੋ ਭਾਵੀ ਮਤ ਪਲਟ ਗਈ, ਜੂਏ ਦੇ ਵਿੱਚ ਹਾਰ ਗਏ ਪਾਂਡਵ। ਇੰਨੇ ਸੂਰਮੇ ਆਪਣੇ ਆਪ ਨੂੰ ਕਹਾਉਣ ਵਾਲੇ, ਮਹਾਂਭਾਰਤ ਦਾ ਇਕੱਲੇ ਹੀ ਜੰਗ ਜਿੱਤਣ ਵਾਲੇ 5 ਪਾਂਡਵ ਕ੍ਰਿਸ਼ਨ ਜੀ ਨੂੰ ਨਾਲ ਲੈ ਕੇ ਅੱਜ ਉਹਨਾਂ ਦੀ ਹਾਲਤ ਕੀ ਹੋ ਰਹੀ ਹੈ, ਇਹ ਜੂਆ ਖੇਡਣ ਕਰਕੇ। बान सेंदरे बेख दुराने। ਹਾਂਜੀ रहत द्रौपदी बहन उचारे। ਤੇ ਇਸ ਤਰ੍ਹਾਂ ਸਾਧ ਸੰਗਤ ਜੀ, ਰਾਣੀ ਦੇ ਪਾਸ ਇਹ ਦ੍ਰੋਪਦੀ ਜਿਹੜੀ ਹੈ ਸੇਵਾ ਕਰਦੀ ਹੈ ਤੇ ਨਾਲ ਕਦੀ ਕਦੀ ਆਪਣੀ ਖੁਸ਼ੀ ਦੇ ਵਿੱਚ ਆਈ ਹੋਈ ਆਪਣਾ ਰਵਾਬ ਜਮਾਉਣ ਵਾਸਤੇ ਕੋਈ ਇਹੋ ਜਿਹੇ ਬਚਨ ਵੀ ਕਰਦੀ ਹੈ। गंधर्व मोहे पंच रखवारे। ਕੀ ਕਹਿੰਦੀ ਹੈ? ਕਹਿੰਦੀ ਰੱਬ ਨੇ ਨਾ 5 ਗੰਧਰਵ ਮੈਨੂੰ ਦਿੱਤੇ ਹੋਏ ਆ ਜਿਹੜੇ ਮੇਰੀ ਰਾਖੀ ਕਰਦੇ ਆ। काम दृष्ट मोह को जो देखे। ਇਹ ਤਾਂ ਨਹੀਂ ਕਹਿੰਦੀ ਵੀ ਆ ਜਿਹੜੇ 5 ਹੈ ਇਹ ਜੂਏ ਵਿੱਚ ਮੈਨੂੰ ਹਾਰ ਕੇ ਆ ਗਏ, ਮੇਰੇ ਪਤੀ ਹੈ ਬੜੇ ਸੂਰਮੇ। ਪਰ ਲੋਕਾਂ ਦੇ ਵਿੱਚ ਇਹ ਚਰਚਾ ਚਲਾਉਂਦੀ, ਕਹਿੰਦੀ 5 ਗੰਧਰਵ ਅਗੰਮੀ ਸ਼ਕਤੀਆਂ ਪਰਮੇਸ਼ਵਰ ਨੇ ਮੈਨੂੰ ਦਿੱਤੀਆਂ ਹੋਈਆਂ। ਜਿਹੜਾ ਵੀ ਕੋਈ ਮੈਨੂੰ ਮੰਦ ਭਾਵਨਾ ਦੇ ਨਾਲ ਕਾਮ ਚੇਸ਼ਟਾ ਦੀ ਇੱਛਾ ਰੱਖ ਕੇ ਤੱਕੇਗਾ। मृतक कारत सो बले बिशेखे। ਉਹ ਜਿਹੜੇ 5 ਗੰਧਰਵ ਹਨ ਇੰਨੇ ਤਾਕਤਵਰ ਹੈ
ਮੇਰੀ ਉੱਪਰ ਮਾੜੀ ਨਿਗਾਹ ਰੱਖਣ ਵਾਲੇ ਨੂੰ ਖਤਮ ਕਰ ਦੇਣਗੇ, ਮਾਰ ਦੇਣਗੇ। ਸਵਨ ਸੁਨਾਏ ਦੇਨ ਅਸਬਾਨੇ। ਇਸ ਤਰ੍ਹਾਂ ਇਹ ਸਾਰੇ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਜਮਾਇਆ ਹੈ ਦ੍ਰੋਪਦੀ ਨੇ। ਸੇਵ ਕਾਰਨ ਰਾਣੇ ਕੇ ਠਾਨੇ। ਤੇ ਉਹ ਜਿਹੜੀ ਰਾਣੀ ਹੈ ਸਾਧ ਸੰਗਤ ਜੀ ਵਿਰਾਟ ਰਾਜੇ ਦੀ, ਉਹਦੀ ਸੇਵਾ ਦੇ ਵਿੱਚ ਦ੍ਰੋਪਦੀ ਲੱਗੀ ਰਹਿੰਦੀ ਹੈ। ਕਿਤਕ ਦਿਵਸ ਜਬ ਰਹਿਤ ਬਿਤਾਏ। ਇਸ ਤਰ੍ਹਾਂ ਜਦ ਕੁਛ ਕੁ ਦਿਨ ਬਤੀਤ ਹੋ ਗਏ ਸੇਵਾ ਦੇ ਵਿੱਚ ਰਹਿੰਦਿਆਂ ਹੋਇਆਂ, ਛਪੇ ਰਹੇ ਕਿਨ ਜਾਨ ਨਾ ਪਾਏ। ਛੁਪ ਕੇ ਰਹਿੰਦੇ ਆ, ਲੋਕੇ ਰਹਿੰਦੇ, ਆਪਣਾ ਜੀਵਨ ਬਤੀਤ ਕਰ ਰਹੇ 13ਵੇਂ ਸਾਲ ਵਾਲਾ, ਕਿਸੇ ਨੂੰ ਪਤਾ ਨਾ ਲੱਗ ਜਾਵੇ, ਇਸ ਕਰਕੇ ਜ਼ਿਆਦਾ ਸਮਾਂ ਉਹ ਛਿਪਕੇ ਹੀ ਰਹਿੰਦੇ ਹਨ ਪੰਜੋ ਪਾਂਡਵੇ ਤੇ ਦ੍ਰੋਪਦੀ। ਹੋ ਤੋ ਭਰਾਤ ਇੱਕ ਰਾਣੇ ਕੇਰਾ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਵਿਰਾਟ ਰਾਜਾ ਸੀ ਨਾ, ਇਹਦਾ ਇੱਕ ਸਾਲਾ ਸੀ, ਭਾਵ ਇਹਦੀ ਰਾਣੀ ਦਾ ਭਰਾ। ਕ੍ਰੀਚਕ ਆਖੈ ਬਲੇ ਬਡੇਰਾ। ਉਹਦਾ ਨਾਮ ਇਤਿਹਾਸ ਵਿੱਚ ਕ੍ਰੀਚਕ ਕਰਕੇ ਆਇਆ, ਵੱਡਾ ਭਾਰੀ ਸੂਰਮਾ ਸੀਗਾ। ਮਹਾਭਾਰਤ ਵਿੱਚ ਵੀ ਇਹ ਕ੍ਰੀਚਕ ਦੀ ਕਥਾ ਆਉਂਦੀ ਹੈ। ਸਹਿਜ ਸੁਭਾਏ ਸੁਸਾ ਢਿਗ ਆਵਾ। ਇੱਕ ਦਿਨ ਦਾ ਪ੍ਰਸੰਗ ਹੈ, ਅਚਨਚੇਤ ਇਹ ਕ੍ਰੀਚਕ ਜਿਹੜਾ ਆਪਣੀ ਭੈਣ ਦੇ ਘਰ ਆਇਆ ਮਿਲਣ ਵਾਸਤੇ। ਦ੍ਰੁਪਦ ਸੁਤਾ ਕੋ ਪੇਖ ਬਿਰਮਾਵਾ। ਤੇ ਆਣ ਕੇ ਇਸਨੇ ਦ੍ਰੋਪਦੀ ਨੂੰ ਦੇਖਿਆ, ਦੇਖਦਿਆਂ ਸਾਰ ਹੀ ਇਹਦਾ ਮਨ ਦ੍ਰੋਪਦੀ ਦੇ ਉੱਤੇ ਚਲਾਇਮਾਨ ਹੋ ਗਿਆ। 10 ਸਹੰਸਰ ਗਜ ਬਾਲ ਜਿਸ ਮਾਹੇ। ਸੋ ਐਸਾ ਤਾਕਤਵਰ ਜਿਹਦੀ ਤਾਕਤ ਦਾ ਅੰਤ ਹੀ ਨਹੀਂ ਜਾਣਿਆ ਜਾਂਦਾ। ਜਿਵੇਂ ਆਪਾਂ ਰਾਤ ਨੂੰ ਲਾਈਟਾਂ ਚੰਗੀਆਂ ਲੱਗੀਆਂ ਹੋਣ ਤੇ ਆਖੀਦਾ 100 ਸੂਰਜਾਂ ਜਿੰਨੀ ਚਾਨਣ ਹੋਇਆ ਪਿਆ, 1000 ਬਲਬ ਲੱਗਾ ਹੋਇਆ, ਹਜ਼ਾਰਾਂ ਸੂਰਜਾਂ ਵਰਗਾ ਚਾਨਣ, ਪਰ ਉਹ ਸੂਰਜ ਦੇ ਸੂਰਜ ਹੀ ਹੁੰਦੇ ਆ। ਇੱਕ ਕਹਾਵਤ ਬਣੀ ਹੋਈ, ਕਹਿੰਦੇ ਇੰਨਾ ਤਾਕਤਵਰ ਇਹ ਰਾਜੇ ਦਾ ਸਾਲਾ ਕ੍ਰੀਚਕ, ਭਈ ਸਮਝੋ 10,000 ਹਾਥੀਆਂ ਦੀ ਤਾਕਤ ਹੈ ਇਹਦੇ ਵਿੱਚ, ਇੰਨਾ ਜ਼ੋਰ ਹੈ। ਪ੍ਰਭਤਾ ਮਦ ਤੇ ਸੁਧ ਬੁਧ ਨਾਹੇ। ਤੇ ਉਹ ਹੰਕਾਰ ਹੈ ਉਸ ਨੂੰ, ਵੀ ਮੇਰੇ ਜਿੰਨੀ ਤਾਂ ਤਾਕਤ ਨਹੀਂ ਕਿਸੇ ਦੇ ਵਿੱਚ, ਇਸੇ ਹੰਕਾਰ ਦੇ ਵਿੱਚ ਮਾਰਿਆ ਪਿਆ ਹੈ। ਲਖੇ ਬਿਲੋਚਨ ਜਬ ਰਤਨਾਰੇ। ਇਸ ਕ੍ਰੀਚਕ ਨੇ ਜਿਸ ਵੇਲੇ ਦ੍ਰੋਪਦੀ ਨੂੰ ਤੱਕਿਆ, ਮਨੋ ਸੁਭਟ ਕੇਨ ਬਾਨ ਪ੍ਰਹਾਰੇ। ਤੇ ਸਮਝੋ ਜਿਵੇਂ ਕਿਸੇ ਨੇ ਨਾ ਤੀਰ ਚਲਾ ਦਿੱਤਾ ਹੋਵੇ, ਐਵੇਂ ਦ੍ਰੋਪਦੀ ਦੇ ਸੁੰਦਰਤਾ ਦੇ ਤੀਰ ਇਹ ਕ੍ਰੀਚਕ ਦੀ ਛਾਤੀ ਵਿੱਚ ਵੱਜੇ। ਮਦਨ ਉਦਦ ਹਵੇ ਮਗਨ ਆਤੀਰੋ। ਇਸ ਤਰ੍ਹਾਂ ਸਾਧ ਸੰਗਤ ਜੀ ਅੰਨਾ ਹੋ ਗਿਆ ਕ੍ਰੀਚਕ ਕਾਮ ਵਾਸ਼ਨਾ ਦੇ ਵਿੱਚ, ਹੌਸਲਾ ਨਹੀਂ ਰਹਿ ਗਿਆ ਇਸ ਦਾ। ਪਹੁੰਚੇ ਕਿਉ ਵਿਵੇਕ ਜੋ ਤੇਰੋ। ਸੋ ਸਾਧ ਸੰਗਤ ਜੀ ਇਹ ਜਿਹਾ ਮੂਰਖ ਮਨ ਜਿਹੜਾ ਐਸੀ ਵਾਸ਼ਨਾ ਦੇ ਵਿੱਚ ਡੁੱਬ ਜਾਵੇ, ਰੱਬ ਹੀ ਹੈ ਬਚਾਵੇ ਸੋ ਬਚਾਵੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕੋਈ ਇੱਕ ਵੀ ਸ਼ਬਦ ਇਹੋ ਜਿਹਾ ਨਹੀਂ ਜਿਹੜਾ ਬੇਅਰਥ ਲਏ, ਸਾਰਿਆਂ ਦੇ ਭਾਵ ਹਨ। ਇਹ ਜੇ ਮੂਰਖਾਂ ਪ੍ਰਤੀ ਕਲਗੀਧਰ ਪਾਤਸ਼ਾਹ ਉਚਾਰਨ ਕਰਦੇ, ਕਹਿੰਦੇ ਏਕ ਤਰਨ ਦੂਜੇ ਮਧੀ, ਤੀਜੇ ਅਤ ਧਨ ਧਾਮ, ਪਾਪ ਕਰਨ ਤੇ ਕਿਉਂ ਬਚੇ, ਬਚੇ ਬਚਾਏ ਰਾਮ। ਰੱਬ ਹੀ ਬਚਾ ਲਵੇ ਤੇ ਬਚਦਾ ਹੈ, ਮਨੁੱਖ ਨਹੀਂ ਬਚ ਸਕਦਾ। ਇੱਕ ਮਾਇਆ ਦਾ ਨਸ਼ਾ, ਇੱਕ ਜਵਾਨੀ ਦਾ ਤਾਕਤ ਦਾ ਨਸ਼ਾ, ਇੱਕ ਰਾਜ ਦਾ ਮੱਧ ਦਾ ਨਸ਼ਾ, ਤੇ ਇਹਨਾਂ ਨਸ਼ਿਆਂ ਦੇ ਵਿੱਚ ਪਿਆ ਕੋਈ ਵਿਰਲਾ ਹੀ ਬਚਦਾ। ਫਿਰ ਕਾਮ ਸਿਰ ਚੜ ਜਾਵੇ ਤੇ ਕਾਮ ਦਾ ਸਾਰਿਆਂ ਤੋਂ ਹੀ ਭੈੜਾ ਨਸ਼ਾ। ਕਹਿਣ ਲੱਗੇ ਡੁੱਬ ਗਿਆ ਕਾਮ ਦੀ ਵਾਸ਼ਨਾ ਦੇ ਵਿੱਚ ਕ੍ਰੀਚਕ। ਕਾਇਲ ਜਿਉ ਤੇ ਛੇਨ ਤਰਫਾਵਾ। ਜਿਸ ਤਰ੍ਹਾਂ ਕੋਈ ਫਟੜ ਹੋ ਕੇ ਤੜਫਦਾ ਹੈ, ਇਸ ਤਰ੍ਹਾਂ ਵਾਸ਼ਨਾ ਦੇ ਵਿੱਚ ਅੰਨਾ ਹੋਇਆ ਤੜਫਣ ਲੱਗਾ ਇਹ ਰਾਜੇ ਦਾ ਸਾਲਾ। ਕਾਮਾ ਤੁਰ ਹਵੈ ਬਚਨ ਅਲਾਵਾ। ਤੇ ਇਸ ਤਰ੍ਹਾਂ ਦੁਖੀ ਹੋਇਆ ਇਸ ਵਾਸ਼ਨਾ ਦੇ ਵਿੱਚ ਕਹਿਣ ਲੱਗਾ, ਹੇ ਦਾਸੇ ਤੂੰ ਲਾਗਤ ਪਿਆਰੇ। ਦ੍ਰੋਪਦੀ ਨੂੰ ਕਹਿਣ ਲੱਗਾ, ਉਹਨੂੰ ਕੀ ਪਤਾ ਹੈ ਇਹ ਦ੍ਰੋਪਦੀ ਹੈ, ਉਹਨੇ ਤਾਂ ਸਮਝਿਆ ਮੇਰੀ ਭੈਣ ਦੀ ਸੇਵਾ ਕਰਨ ਵਾਲੀ ਕੋ ਆਮ ਦਾਸੀ ਹੈ। ਕਹਿਣ ਲੱਗਾ ਤੂੰ ਮੈਨੂੰ ਬੜੀ ਚੰਗੀ ਲੱਗਦੀ ਹੈ, ਮਿਲਹੁ ਆਨ ਮੁਰ ਅੰਗ ਸੰਗਾਰੇ। ਇਸ ਵਾਸਤੇ ਤੂੰ ਮੇਰੇ ਨਾਲ ਮਿਲਣਾ ਕਰ। ਬਦਨ ਬਿਲੋ ਕੇ ਮਦਨ ਵਿਸਾਲਾ। ਇਸ ਤਰ੍ਹਾਂ ਸਾਧ ਸੰਗਤ ਜੀ ਸੁੰਦਰ ਸਰੀਰ ਚਿਹਰਾ, ਜਿਹਨੂੰ ਦੇਖ ਕੇ ਹੀ ਕੀਚਕ ਦੇ ਹਿਰਦੇ ਵਿੱਚ ਇਹ ਭੈੜੀ ਵਾਸ਼ਨਾ ਜਾਗ ਪਈ। ਜਾਗਿਓ ਹਿਰਦੇ ਕੇਲ ਕਰ ਬਾਲਾ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਵਾਸ਼ਨਾ ਐਸੀ ਪ੍ਰਬਲ ਹੋਈ, ਇਹਨੇ ਇਹ ਵੀ ਨਹੀਂ ਜਾਣਿਆ ਵੀ ਮੇਰੀ ਭੈਣ ਦਾ ਘਰ ਹੈ, ਲੋਕ ਕੀ ਕਹਿਣਗੇ। ਨਾ ਲੋਕਾਂ ਦੀ ਕੋਈ ਸ਼ਰਮ ਰੱਖੀ,
ਨਾ ਕੋਈ ਆਪਣੇ ਆਪ ਦੀ ਲੋਕਾਚਾਰੀ ਕਿਸੇ ਪਾਸਿਓਂ ਵੀ ਸ਼ਰਮ ਨਹੀਂ ਮੰਨੀ ਇਸ ਨੇ। ਦੋਹਰਾ ਦੁਰਪਦ ਸੁਤਾ ਸੁਨ ਕਹਿਤ ਪੇ ਗੰਧਰਵ ਮਾਮ ਰਖਵਾਰ। ਜਿਸ ਵੇਲੇ ਦ੍ਰੋਪਦੀ ਨੂੰ ਕੀਚਕ ਨੇ ਆਖਿਆ ਮੈਂ ਤੇਰੇ ਤੇ ਮੋਹਿਤ ਹੋਇਆ ਐ ਤੇ ਤੂੰ ਮੈਨੂੰ ਮਿਲਣਾ ਕਰ, ਉਸ ਵੇਲੇ ਦ੍ਰੋਪਦੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੀ 5 ਗੰਧਰਵ ਮੇਰੀ ਰੱਖਿਆ ਕਰਦੇ ਹਨ। ਕਾਮ ਦ੍ਰਸ਼ਟ ਜੇ ਦੇਖਹਿ ਕਰਹਿ ਸੇ ਤੋਰ ਸੰਗਾਰ। ਤੇ ਜਿਹੜਾ ਵੀ ਕੋਈ ਮੇਰੇ ਤੇ ਬੁਰੀ ਨਿਗਾਹ ਰੱਖਦਾ ਹੈ ਉਹ ਮੇਰੇ 5 ਗੰਧਰਵ ਜਿਹੜੇ ਰਾਖੇ ਆ ਉਹਨੂੰ ਉਸੇ ਵੇਲੇ ਮਾਰ ਦਿੰਦੇ ਆ। ਜੇ ਤੂੰ ਇਸ ਤਰ੍ਹਾਂ ਦੀ ਭੈੜੀ ਵਾਸ਼ਨਾ ਵਾਲੀ ਨਿਗਾਹ ਮੇਰੇ ਤੇ ਰੱਖੇਂਗਾ ਤੇਰੀ ਵੀ ਉਹੀ ਹਾਲਤ ਹੋਵੇਗੀ, ਤੈਨੂੰ ਉਹ ਗੰਧਰਵ ਮਾਰ ਦੇਣਗੇ। ਚਾਉ ਪਏ ਮਦ ਨੂੰ ਮਦ ਹੋਏ ਕਛੁ ਨਾ ਮਾਨਾ। ਪਰ ਸਾਧ ਸੰਗਤ ਜੀ, ਜਿਸ ਵੇਲੇ ਮਨੁੱਖ ਦੀ ਬੁੱਧੀ ਭ੍ਰਿਸ਼ਟ ਹੁੰਦੀ ਹੈ, ਸ਼ਰਮ ਹਯਾ ਛਿਪ ਜਾਂਦੀ ਹੈ, ਕਾਮ ਚੇਸ਼ਟਾ ਦੇ ਵਿੱਚ ਅੰਨਾ ਹੋਇਆ ਜੀਵ ਸ਼ਰਮ ਨਹੀਂ ਫਿਰ ਕਿਸੇ ਦੀ ਮੰਨਦਾ ਹੈ। ਦੌਰਿਓ ਗਹਿਨ ਪਾਨ ਮਹਿ ਪਾਨਾ। ਦ੍ਰੋਪਦੀ ਦੀ ਗੱਲ ਸੁਣ ਕੇ ਉਹਨੂੰ ਹੌਸਲਾ ਤਾਂ ਕੀ ਹੋਣਾ ਸੀ, ਖਿੱਚ ਚੜੀ ਤੇ ਜਾ ਕੇ ਪਕੜ ਲਿਆ ਦ੍ਰੋਪਦੀ ਨੂੰ। ਕਰੇ ਤਰਾਸ ਧਾਈ ਸੱਸ ਜੈਸੇ। ਤੇ ਉਹ ਵਿਚਾਰੀ ਡਰਦੀ ਹੋਈ ਅੱਗੇ ਲਾ ਕੇ ਦੌੜ ਪਈ। ਰਾਹੋ ਭੀਤ ਬਾਸਵ ਢਿਗ ਤੈਸੇ। ਉਹ ਜਿਸ ਤਰ੍ਹਾਂ ਸਾਧ ਸੰਗਤ ਜੀ ਚੰਦਰਮਾ ਰਾਹੂ ਦਾ ਗਰਸਿਆ ਹੋਇਆ, ਰਾਹੂ ਤੋਂ ਬਚਣ ਵਾਸਤੇ ਇੰਦਰ ਵੱਲ ਭਜਦਾ ਹੈ, ਪਰ ਰਾਹੂ ਤੇ ਗਰਾਸੀ ਲੈਂਦਾ ਹੈ, ਉਹਨੂੰ ਆਪਣੇ ਕਲਾਵੇ ਵਿੱਚ ਚੰਦਰਮਾ ਨੂੰ ਲੈ ਹੀ ਲੈਂਦਾ ਹੈ। ਇਸ ਤਰ੍ਹਾਂ ਦ੍ਰੋਪਦੀ ਦੀ ਵੀ ਹਾਲਤ ਹੋਈ। ਜਹ ਬਰਾਠ ਹੈ ਸਭਾ ਲਗਾਏ। ਵਿਰਾਟ ਰਾਜਾ ਜਿੱਥੇ ਸਭਾ ਲਾ ਕੇ ਬੈਠਾ ਹੋਇਆ ਸੀ, ਪੋਚ ਪੁਕਾਰਤ ਦੌਰਤ ਆਏ। ਤੇ ਇਹ ਦ੍ਰੋਪਦੀ ਉੱਚੀ ਉੱਚੀ ਰੌਲਾ ਪਾਉਂਦੀ ਹੋਈ ਬਚਾਓ ਵਾਸਤੇ ਵਿਰਾਟ ਰਾਜੇ ਦੇ ਪਾਸ ਪਹੁੰਚੀ। ਧਰਮਾਜ ਭੀਮ ਨਕੁਲ ਸਹਦੇਵਾ। ਉਹ ਜਿਹੜੇ ਪੰਜੋ ਹੀ ਭਰਾ ਯੁਧਿਸ਼ਟਰ ਜੀ ਧਰਮ ਦੇ ਪੁੱਤਰ, ਭੀਮ, ਅਰਜਨ, ਨਕਲ, ਸਹਦੇਵ, ਬੈਠੇ ਕਰਹਿ ਨਿਰਪਦ ਕੇ ਸੇਵਾ। ਇਹ ਪੰਜੋ ਹੀ ਪਤੀ ਦ੍ਰੋਪਦੀ ਦੇ ਰਾਜੇ ਦੇ ਪਾਸ ਬੈਠੇ ਹੋਏ ਇਹ ਸਾਰਾ ਕੌਤਕ ਦੇਖ ਰਹੇ ਹੈ। ਦੁਰਪਦ ਸੁਤਾ ਚਿਤ ਹਵੈ ਅਤ ਆਰਤ। ਬਹੁਤ ਦੁਖੀ ਹੋ ਰਹੀ ਹੈ ਦ੍ਰੋਪਦੀ ਇਹ ਸਾਰਾ ਕੌਤਕ ਦੇਖ ਕੇ ਵੀ ਇੱਕ ਤੋਂ ਇੱਕ ਮੇਰੇ 5 ਪਤੀ ਮਹਾਰਤ ਰੱਖਣ ਵਾਲੇ, ਇਹਨਾਂ ਦੇ ਹੁੰਦਿਆਂ ਹੀ ਇਹ ਰਾਜੇ ਦਾ ਜਿਹੜਾ ਸਾਲਾ ਕੀਚਕ ਵਿਰਾਟ ਦਾ, ਇਹ ਮੈਨੂੰ ਬੇਪਤੀ ਕਰਨ ਵਾਸਤੇ ਅੱਗੇ ਆ ਰਿਹਾ ਹੈ। ਗਏ ਭੂਪ ਟਿਗ ਦੁਖਿਤ ਪੁਕਾਰਤ। ਤੇ ਦੁਖੀ ਹੋਈ ਹੋਈ ਦ੍ਰੋਪਦੀ ਵਿਰਾਟ ਰਾਜੇ ਦੇ ਪਾਸ ਪਹੁੰਚੇ। ਸਰਬ ਲੋਕ ਅਵਲੋਕਤ ਲੋਚਨ। ਸਾਰੀ ਦੁਨੀਆ ਦੇਖ ਰਹੀ ਹੈ, ਦਰਬਾਰ ਭਰਿਆ ਹੋਇਆ ਹੈ, ਲੋਕਾਂ ਦੀ ਸਭਾ ਲੱਗੀ ਹੋਈ ਹੈ, ਸਭ ਇਸ ਕੌਤਕ ਨੂੰ ਦੇਖ ਰਹੇ ਹੈ ਕਿ ਵਿਰਾਟ ਰਾਜੇ ਦਾ ਸਾਲਾ ਕੀਚਕ ਜਿਹੜਾ ਹੈ ਉਹ ਕਿਵੇਂ ਦਾਸੀ ਨੂੰ ਬਾਹੋਂ ਪਕੜ ਰਿਹਾ ਹੈ। ਕਰ ਨਾ ਸਕਿਓ ਤਹ ਕੋ ਮੋਚਨ। ਕੋਈ ਵੀ ਇਹ ਜਿਹਾ ਨਹੀਂ ਹੈ ਜਿਹੜਾ ਅੱਗੇ ਉੱਠ ਕੇ ਕੀਚਕ ਨੂੰ ਰੋਕ ਸਕੇ ਤੇ ਦ੍ਰੋਪਦੀ ਨੂੰ ਬਚਾ ਸਕੇ। ਦੋਹਰਾ ਕ੍ਰਿਚਕ ਤਾਇਓ ਸੰਗ ਤੇ ਹੈ ਪਕੜੀ ਸਭਾ ਮਝਾਰ। ਕਿਉਂਕਿ ਹਿੰਮਤ ਹੀ ਨਹੀਂ ਹੈ, ਇੱਕ ਤਾਂ ਰਾਜੇ ਦਾ ਸਾਲਾ, ਦੂਸਰੀ ਗੱਲ ਇਹ ਵੀ ਉਹਦੇ ਵਿੱਚ ਤਾਕਤ ਦੀ ਬਾਲੀ ਸ਼ਕਤੀ ਇੰਨੀ ਹੈ, ਕਿਸੇ ਵਿੱਚ ਹਿੰਮਤ ਨਹੀਂ ਉਹਨੂੰ ਰੋਕਣ ਦੀ। ਸਾਰਿਆਂ ਨੀਵੀਆਂ ਪਾ ਲਈਆਂ ਤੇ ਇਹ ਕੀਚਕ ਨੇ ਅੱਗੇ ਵੱਧ ਕੇ ਦ੍ਰੋਪਦੀ ਨੂੰ ਪਕੜ ਲਿਆ। ਮਹਾਬਲੇ ਤਹ ਜਾਨ ਕੈ ਨਿਰਪਤ ਨਾ ਕੀ ਹਟਕਾਰ। ਉਹ ਰਾਜਾ ਜਿਹੜਾ ਹੈ ਉਹ ਵੀ ਜਾਣਦਾ ਹੈ ਵੀ ਇਹ ਕਾਮ ਵਾਸ਼ਨਾ ਵਿੱਚ ਅੰਨਾ ਹੋਇਆ, ਇਹ ਹੈ ਬੜਾ ਬਲੀ ਜ਼ੋਰ ਵਾਲਾ, ਜੇ ਮੈਂ ਕਿਤੇ ਰੋਕਿਆ ਮੇਰੇ ਹੱਥੀਂ ਪੈ ਗਿਆ, ਮਾਰ ਕੇ ਮੈਨੂੰ ਸਿੱਟ ਦੇਵੇਗਾ। ਆਪਦੀ ਪਦ ਬਚਾਉਂਦਾ ਹੋਇਆ ਰਾਜਾ ਵੇ ਨੀਵੀਂ ਪਾ ਕੇ ਬੈਠਾ ਰਿਹਾ। ਚਾਉ ਪਏ ਕੁੰਜਰ ਲਤਾ ਕਰਖ ਜਿਉ ਲੈਨੇ। ਜਿਸ ਤਰ੍ਹਾਂ ਸਾਧ ਸੰਗਤ ਜੀ ਹਾਥੀ ਹੁੰਦਾ ਹੈ ਨਾ, ਕਿਸੇ ਬੇਲ ਨੂੰ ਪਕੜ ਕੇ ਸੁੰਡ ਨਾਲ ਖਿੱਚ ਲੈਂਦਾ ਹੈ, ਗਹਿ ਕੈ ਲਾਤ ਪ੍ਰਹਾਰਨ ਕੀਨੇ। ਇਸ ਤਰ੍ਹਾਂ ਦ੍ਰੋਪਦੀ ਨੂੰ ਪਕੜ ਕੇ ਕੀਚਕ ਨੇ ਲੱਤਾਂ ਤੇ ਮੁੱਕਿਆਂ ਦੇ ਨਾਲ ਬਹੁਤ ਮਾਰਿਆ। ਭੀਮ ਬਿਲੋਕਤ ਰੇਸ ਉਰ ਭਰਾ। ਭੀਮ ਨੇ ਜਿਸ ਵੇਲੇ ਦੇਖਿਆ ਇਹ ਦ੍ਰੋਪਦੀ ਦੀ ਹਾਲਤ ਹੋ ਰਹੀ ਹੈ, ਬਹੁਤ ਗੁੱਸੇ ਵਿੱਚ ਆਇਆ ਭੀਮ। ਅਰੁਣ ਬਿਲੋਚਨ ਆਨਨ ਕਰਾ। ਲਾਲ ਗੁੱਸੇ ਵਿੱਚ ਅੱਖਾਂ ਕਰ ਲਈਆਂ ਭੀਮ ਨੇ। ਧਰਮਜ ਬਰਜਿਓ ਨੈਨਨ ਸੈਨਾ। ਯੁਧਿਸ਼ਟਰ ਜੀ ਨੇ ਦੇਖਿਆ ਵੀ ਭੀਮ ਗੁੱਸੇ ਵਿੱਚ ਆ ਗਿਆ, ਗੱਲ ਵਿਗੜ ਜਾਊਗੀ, ਅਸੀਂ ਪ੍ਰਗਟ ਹੋ ਜਾਵਾਂਗੇ। ਜੇ ਗੁੱਸੇ ਵਿੱਚ ਆਇਆ ਲੜਾਈ ਹੋਈ ਪਤਾ ਚੱਲ ਜਾਣਾ ਵੀ ਇਹ ਕੌਣ ਹੈ, ਲੜਨ ਵਾਲੇ ਕਿੱਥੋਂ ਆਏ ਹੈ।
ਸਾਨੂੰ ਫੇਰ 13 ਸਾਲ ਦਾ ਬਨਵਾਸ ਕੱਟਣਾ ਪਵੇਗਾ। ਇਸ ਡਰ ਦੇ ਮਾਰੇ ਹੋਏ ਯੁਧਿਸ਼ਟਰ ਜੀ ਨੇ ਭੀਮ ਨੂੰ ਅੱਖਾਂ ਦੇ ਨਾਲ ਸੈਨਤ ਕੀਤੀ ਵੀ ਨਾ ਗੁੱਸੇ ਵਿੱਚ ਆ, ਲੜਾਈ ਨਾ ਕਰ, ਪ੍ਰਗਟ ਹੋਨ ਡਰ ਬੋਲ ਨਾ ਬੈਨਾ। ਕਿਉਂਕਿ ਇਹ ਡਰ ਹੈ ਵੀ ਕਿਤੇ ਅਸੀਂ ਪ੍ਰਗਟ ਨਾ ਹੋ ਜਾਈਏ, ਲੋਕਾਂ ਨੂੰ ਪਤਾ ਨਾ ਚੱਲ ਜਾਵੇ ਵੀ ਇਹ ਤਾਂ ਪਾਂਡਵ ਹਨ ਤੇ ਸਾਨੂੰ ਫੇਰ 13 ਸਾਲ ਦਾ ਚੱਕਰ ਕੱਟਣਾ ਪਵੇ। ਮਹਾਬਲੀ ਬੈਠੇ ਪਤ ਪਾਸੋ। ਇਸ ਤਰ੍ਹਾਂ ਸਾਧ ਸੰਗਤ ਜੀ, ਇੱਕ ਤੇ ਇੱਕ ਮਹਾਰਤ ਰੱਖਣ ਵਾਲੇ 5 ਪਤੀ ਦ੍ਰੋਪਦੀ ਦੇ ਪਾਸ ਸਾਹਮਣੇ ਬੈਠੇ ਹੋਏ ਹੈ ਤੇ ਉਹਦੀ ਦ੍ਰੋਪਦੀ ਦੀ ਪਤ ਲੁੱਟੀ ਦੀ ਜਾ ਰਹੀ ਹੈ। ਚਪੇੜਾ ਮਾਰਿਆ, ਕਰੀਚਕ ਲੱਤਾਂ ਦੇ ਨਾਲ ਮਾਰਿਆ ਹੈ। ਤਹ ਤੇ ਗਹੇ ਲੈ ਚਲਾ ਆਵਾਸੋ। ਤੇ ਇਸ ਤਰ੍ਹਾਂ ਗੁੱਸੇ ਵਿੱਚ ਕੁੱਟਦਾ ਮਾਰਦਾ ਹੋਇਆ ਕੀਚਕ ਦ੍ਰੋਪਦੀ ਨੂੰ ਆਪਣੇ ਘਰ ਨੂੰ ਲੈ ਤੁਰਿਆ। ਰੋਏ ਪਾਂਡਵ ਮਿਲ ਤਿਹ ਥਾਈ। ਪੰਜੋ ਹੀ ਪਾਂਡਵ ਮਿਲ ਕੇ ਰੋਏ। ਰੋਵੇ ਪਾਂਡਵ ਭੈ ਮਜੂਰ। ਉਹ ਰੋਏ ਵੀ ਪਹਿਲਾਂ ਤੇ ਸਾਡੇ ਸਾਹਮਣੇ ਨੰਗੀ ਕਰਦੇ ਸੀ, ਉਦੋਂ ਬਚ ਗਏ, ਆ ਹੁਣ ਕੀ ਹਾਲਤ ਹੋ ਰਹੀ ਹੈ। ਇਹ ਰਾਜੇ ਦਾ ਸਾਲਾ ਮਾਰ ਰਿਹਾ ਸਾਡੀ ਘਰਵਾਲੀ ਨੂੰ ਸਾਡੇ ਸਾਹਮਣੇ, ਤੇ ਕੁਕਰਮ ਭੋਗਣ ਵਾਸਤੇ ਉਹਨੂੰ ਬਾਂਹ ਤੋਂ ਫੜ ਕੇ ਆਪਣੇ ਨਾਲ ਲੈ ਗਿਆ। ਇਸ ਤੋਂ ਭੈੜੀ ਦੁਰਦਸ਼ਾ ਹੋਰ ਕੀ ਹੋ ਸਕਦੀ। ਇਹ ਕੌਤਕ ਦੇਖ ਕੇ ਧਾਹਾਂ ਮਾਰ ਕੇ ਰੋਏ ਪੰਜੋ ਪਾਂਡਵ। ਹੋਨਹਾਰ ਨਹ ਟਲੇ ਟਲਾਏ। ਜਿਹੜਾ ਹੋਣਹਾਰ ਹੁੰਦੀ ਹੈ ਸਾਧ ਸੰਗਤ ਜੀ, ਉਹ ਕਿਸੇ ਦੇ ਟਾਲਿਆਂ ਟਲਦੀ ਨਹੀਂ ਹੈ। ਜਿਹੜਾ ਭਾਣਾ ਬੀਤਣਾ ਹੁੰਦਾ ਬੀਤ ਕੇ ਰਹਿੰਦਾ ਹੈ। ਆਦਿਕ ਦੁਖੇ ਹੋਏ ਮਨ ਮਾਹੇ। ਇਸ ਤਰ੍ਹਾਂ ਪੰਜੋ ਪਾਂਡਵ ਮਨ ਹੀ ਮਨ ਰੋ ਰਹੇ ਹਨ, ਦੁਖੀ ਹੋ ਰਹੇ ਹਨ। ਬਿਨਾ ਗਿਆਨ ਕਿਹ ਕਾਬ ਸੁਖ ਨਾਹੇ। ਗਿਆਨ ਤੋਂ ਬਿਨਾ ਸੁਖ ਨਹੀਂ ਹੈ ਸਾਧ ਸੰਗਤ ਜੀ। ਜੇ ਗਿਆਨ ਹੋ ਜਾਵੇ ਮਨੁੱਖ ਨੂੰ, ਇਹ ਦੁੱਖ ਮਿਲਦਾ ਹੈ ਪਰਮੇਸ਼ਵਰ ਦੇ ਹੁਕਮ ਅਨੁਸਾਰ ਭਾਣੇ ਵਿੱਚ, ਸੁਖ ਮਿਲਦਾ ਹੈ ਉਹਦੀ ਕਿਰਪਾ ਦੇ ਨਾਲ। ਇਹ ਦੁੱਖ ਤੇ ਸੁਖ ਦੋਇਦਰ ਕੱਪੜੇ ਪਹਿਰੇ ਜਾਏ ਮਨੁੱਖ। ਮਨੁੱਖ ਨੂੰ ਇਹ ਕੱਪੜੇ ਦੁੱਖਾਂ ਦੇ ਸੁੱਖਾਂ ਦੇ ਭੋਗਣੇ ਪੈਂਦੇ ਹੈ। ਜਿਹੜਾ ਇਸ ਵਿਚਾਰ ਨੂੰ ਬੁੱਝ ਲੈਂਦਾ ਉਹ ਸੁਖੀ, ਬਾਕੀ ਸਾਰਾ ਸੰਸਾਰ ਦੁਖੀ ਹੈ। ਦੋਹਰਾ ਇਹ ਪ੍ਰਸੰਗ ਪੂਰਨ ਕਹੋ ਸੁਨੋ ਸੰਤ ਇਤਿਹਾਸ। ਇਹ ਪ੍ਰਸੰਗ ਤਾਂ ਇੱਥੇ ਪੂਰਾ ਹੋ ਗਿਆ, ਕਿਉਂਕਿ ਇੰਨਾ ਹੀ ਸੀ ਵੀ ਪਾਂਡਵ ਜਿਹੜੇ ਹੈ ਮਜ਼ਦੂਰ ਬਣ ਕੇ, ਨੌਕਰ ਬਣ ਕੇ ਰੋਏ। ਪਰ ਹੁਣ ਇਹ ਇਤਿਹਾਸ ਥੋੜ੍ਹਾ ਜਿਹਾ ਜਿਹੜਾ ਹੋਰ ਅੱਗੇ ਮਹਾਕਵੀ ਭਾਈ ਸੰਤੋਖ ਸਿੰਘ ਜਿਸ ਗ੍ਰੰਥ ਦੇ ਕਰਤਾ ਕਹਿੰਦੇ ਆ ਵੀ ਇਤਿਹਾਸ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਹੋਰ ਸੁਣਾਉਂਦਾ ਹਾਂ। ਦੁਰਪਦ ਸੁਤਾ ਦੁਖ ਆਤੋਰੇ ਕਹਿਤ ਨਿਰਪਦ ਕੇ ਪਾਸ। ਸੋ ਦ੍ਰੋਪਦੀ ਦੀ ਜਿਸ ਵੇਲੇ ਬੇਪਤੀ ਹੋਈ, ਲੱਤਾਂ ਮੁਕੀਆਂ ਦੇ ਨਾਲ ਰਾਜੇ ਦੇ ਸਾਲੇ ਕੀਚਕ ਨੇ ਦ੍ਰੋਪਦੀ ਨੂੰ ਮਾਰਿਆ। ਉਹ ਵਿਚਾਰੀ ਪੁਕਾਰੀ, ਧਾਹਾਂ ਮਾਰ ਮਾਰ ਕੇ ਰੋ ਰੋ ਕੇ ਰਾਜੇ ਨੂੰ ਫਰਿਆਦੀ ਹੋਈ। ਚਾਉ ਪਏ ਤਿਰਗ ਭੂਪਤ ਤੂੰ ਬੜੋ ਕੋ ਧਰਮੇ। ਕਹਿਣ ਲੱਗੀ, ਓ ਰਾਜਾ ਵਿਰਾਟ, ਲੱਖ ਲਾਹਣ ਤੇ ਤੇਰੇ ਰਾਜੇ ਹੋਣ ਦੇ। ਇਹੀ ਜਿਹਾ ਧਰਮ ਹੁੰਦਾ ਰਾਜੇ ਦਾ। ਪ੍ਰਜਾ ਉਹਦੇ ਬੱਚਿਆਂ ਬਰਾਬਰ ਹੁੰਦੀ ਹੈ, ਧੀਆਂ ਪੁੱਤਾਂ ਦੇ ਬਰਾਬਰ। ਰਾਜੇ ਜਿਹੜੇ ਆ ਉਹ ਆਪਣੇ ਪ੍ਰਜਾ ਦੇ ਮਾਂ-ਬਾਪ ਹੁੰਦੇ ਆ। ਤੇਰੇ ਸਾਹਮਣੇ ਮੇਰੀ ਇਹ ਬੇਪਤੀ ਹੋ ਰਹੀ, ਲੱਖ ਲਾਹਣ ਤੇ ਤੇਰੇ ਇਹ ਜੇ ਰਾਜ ਦੇ। ਲਖੇ ਸਭਾ ਸਭ ਤੋਰ ਕੁਕਰਮੇ। ਤੇ ਨਾਲ ਆ ਤੇਰੀ ਸਭਾ ਵੀ ਮੈਂ ਦੇਖ ਲਈ, ਜਿੰਨੇ ਵੀ ਬੈਠੇ ਹੋਏ ਕੋਈ ਧਰਮੀ ਬੰਦਾ ਨਹੀਂ, ਕਿਸੇ ਵਿੱਚ ਇੰਨੀ ਹਿੰਮਤ ਨਹੀਂ ਵੀ ਸੱਚ ਕਹਿ ਸਕੇ। ਇੱਕ ਅਬਾਲਾ ਦੇ ਉੱਤੇ, ਇੱਕ ਗਰੀਬਣੀ ਦੇ ਉੱਤੇ ਕਹਿਰ ਹੋ ਰਿਹਾ, ਲੱਤਾਂ ਮੁਕੀਆਂ ਦੇ ਨਾਲ ਮਾਰਿਆ ਜਾ ਰਿਹਾ, ਕੋਈ ਬੋਲਣ ਨੂੰ ਤਿਆਰ ਨਹੀਂ ਹੈ। ਬਾਮੇ ਆਘੇ ਦੁਸ਼ਟ ਮਤ ਵਾਰੋ। ਇਹ ਮੂਰਖ, ਸਾਰੇ ਕੰਮ ਟੇਢੇ ਪੁੱਠੇ ਕਰਨ ਵਾਲਾ, ਜਿਹਦੀ ਬੁੱਧੀ ਭ੍ਰਿਸ਼ਟ ਹੋਈ ਹੈ। ਤਿਰਗ ਤੁਮ ਹੈ ਨਹ ਕਰਤ ਨਿਵਾਰੋ। ਤੇ ਇਹਨੂੰ ਤੇ ਲਾਹਣ ਤਾਂ ਹੈਗੀਆਂ ਹੀ ਐ। ਰਾਜਾ ਤੈਨੂੰ, ਤੇਰੀ ਸਭਾ ਨੂੰ ਵੀ ਲੱਖ ਲੱਖ ਲਾਹਣ ਤਾਂ, ਜਿਹੜੇ ਆ ਪਾਪੀ ਨੂੰ ਮੇਰੇ ਗਲੋਂ ਨਹੀਂ ਲਾਹ ਸਕਦੇ। ਸਭਾ ਵਿਖੇ ਬੈਸੇ ਤਿਰਗ ਤਿਨ ਕੋ। ਆ ਜਿੰਨੀ ਵੀ ਸਭਾ ਬੈਠੀ ਹੈ ਜਾਂ ਸਭਾ ਦੇ ਵਿੱਚ ਆਪਣੇ ਪਤੀਆਂ ਨੂੰ ਸੁਣਾ ਕੇ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਗੁਪਤ ਸਰੂਪ ਦੇ ਵਿੱਚ ਬਚਨ, ਜਾਂ ਕਹਿ ਦਿੰਦੇ ਜੀ ਕੋਰਟ ਵਰਲਡ ਵਿੱਚ ਇਸ਼ਾਰਿਆਂ ਨਾਲ ਗੱਲ ਕਹਿ ਜਾਣੀ। ਇਸ਼ਾਰਿਆਂ ਨਾਲ ਆਪਣੇ ਪੰਜਾਂ ਪਤੀਆਂ ਨੂੰ ਲੱਖ ਲਾਹਣ ਤੇ ਤੁਹਾਡੇ, ਜਿਨ੍ਹਾਂ ਦੇ ਸਾਹਮਣੇ ਮੇਰੀ ਇਹ ਬੇਪਤੀ ਹੋ ਰਹੀ ਹੈ। ਦੇਖੋ ਛੇਨ ਪਇਓ ਬਲ ਜਿਨ ਕੋ। ਆ ਦੇਖੋ ਆਪਣੇ ਆਪ ਨੂੰ ਸੂਰਮੇ ਕਹਾਉਣ ਵਾਲੇ, ਆ ਸਾਰੀ ਸਭਾ ਤੇ ਸਭਾ ਦੇ ਵਿੱਚ ਆ ਬੈਠੇ ਮੂਰੇ, ਲੱਖ ਲਾਹਣ ਤੇ ਤੁਹਾਡੀ ਤਾਕਤ ਦੇ। ਬਾਹੋ ਕੋ ਬੋਲ ਬੋਲਤ ਭੇ ਬਿਹਬਲ। ਇਸ ਤਰ੍ਹਾਂ ਦੁਖੀ ਹੋਈ ਦ੍ਰੋਪਦੀ
ਕੂਕ ਦੀ ਪੁਕਾਰ ਦੀ ਬਹਿਬਲ ਹੋ ਗਈ, ਰੋ ਰੋ ਕੇ ਉੱਚੀ ਉੱਚੀ। ਚਲਿਓ ਐ ਚਲੇ ਬਲ ਕਰ ਨਿਜ ਥਲ। ਪਰ ਦਰੋਪਦੀ ਦੀਆਂ ਗੱਲਾਂ ਦਾ, ਰੋਣ ਦਾ ਕੋਈ ਅਸਰ ਨਹੀਂ ਹੋਇਆ ਵਿਰਾਟ ਰਾਜੇ ਦੇ ਸਾਲੇ ਕੀਚਕ ਦੇ ਉੱਤੇ। ਬਾਹੋਂ ਫੜ ਕੇ ਧੂ ਕੇ ਆਪਣੇ ਨਾਲ ਲੈ ਗਿਆ ਦਰੋਪਦੀ ਨੂੰ। ਸਰਬ ਦਿਸ਼ਨ ਤੇ ਆਸ ਚੁਕਾਏ। ਦਰੋਪਦੀ ਨੇ ਦੇਖਿਆ ਵੀ ਹੁਣ ਕੋਈ ਮੇਰਾ ਆਸਰਾ ਨਹੀਂ ਰਹਿ ਗਿਆ। ਇਹ ਰਾਜਾ ਵੀ ਲਾਹਣਤਾਂ ਦਾ ਭਰਿਆ ਹੋਇਆ, ਜਿਹਦੇ ਦਰਬਾਰ ਸਭਾ ਦੇ ਵਿੱਚ ਇਹ ਮੇਰੇ ਨਾਲ ਕੋਈ ਕਰਮ ਹੋਇਆ। ਇਹ ਸਾਰੀ ਸਭਾ ਵਿੱਚ ਬੈਠੇ ਹੋਏ ਮੇਰੇ ਪਤੀ, ਜਿਹਦੀ ਇਸਤਰੀ ਵੱਲ ਕੋਈ ਅੱਖ ਚੁੱਕ ਕੇ ਵੇਖੇ ਮਨੁੱਖ ਨੂੰ ਮਾਰਨ ਤੱਕ ਜਾਂਦਾ ਵੀ ਤੂੰ ਦੇਖਿਆ ਹੀ ਕਿਵੇਂ ਹੈ। ਔਰ ਇਹਨਾਂ ਮੂਰਖਾਂ ਦੇ ਸਾਹਮਣੇ ਮੈਨੂੰ ਮਾਰਿਆ ਉਸਨੇ, ਔਰ ਵਾਲਾਂ ਤੋਂ ਫੜ ਕੇ ਘਸੀੜਦਾ ਮਾਰਦਾ ਹੋਇਆ, ਕੋਈ ਕਰਮ ਭੋਗਣ ਵਾਸਤੇ ਮੈਨੂੰ ਨਾਲ ਲੈ ਤੁਰਿਆ। ਇਹ ਵੀ ਲਾਹਣਤੀਏ ਐ ਲਾਹਣਤਾਂ ਪਾਉਂਦੀ ਹੋਈ ਨਾਲ ਚੱਲ ਪਈ ਕਰੀਚਕ ਦੇ। ਛੋਟਾ ਨ ਹੇਤ ਨਿਜ ਕੇ ਨ ਉਪਾਏ। ਫੇਰ ਵਿਚਾਰ ਕੀਤੀ ਵੀ ਹੁਣ ਕੋਈ ਆਸਰਾ ਨਹੀਂ ਮੇਰਾ, ਹੁਣ ਤਾਂ ਕੋਈ ਆਪ ਹੀ ਯਤਨ ਕਰਨਾ ਪਊਗਾ, ਤਰੀਕਾ ਵਰਤਣਾ ਪਊਗਾ। ਇਹ ਦਰੋਪਦੀ ਨੇ ਆਪਣੇ ਮਨ ਦੇ ਵਿੱਚ ਵਿਚਾਰਿਆ। ਅਰਧ ਪੰਥ ਪਹੁੰਚੇ ਜਬ ਆਏ। ਐ ਜਦ ਚਲਦੀ ਚਲਦੀ ਉਹ ਕਰੀਚਕ ਦੇ ਨਾਲ ਕਾਫੀ ਦੂਰ ਤੱਕ ਚਲੇ ਗਏ। ਕ੍ਰਿਚਕ ਸੋ ਤਬ ਗਿਰਾ ਅਲਾਏ। ਤੇ ਉਹ ਕਰੀਚਕ ਜਿਹੜਾ ਰਾਜੇ ਦਾ ਸਾਲਾ ਸੀ, ਉਹਨੂੰ ਦਰੋਪਦੀ ਕਹਿਣ ਲੱਗੀ, ਦੋਹਰਾ ਜਬ ਜਾਮਨ ਹੋਵਹਿ ਤੇ ਮਰ ਮਿਲ ਹਾਂ ਤਬ ਤੁਮ ਆਏ। ਕਹਿਣ ਲੱਗੀ ਵੀ ਤੂੰ ਇਹ ਜ਼ੁਲਮ ਨਾ ਕਰ ਜਿਹੜਾ ਐ ਮੇਰੇ ਨਾਲ ਕਰਦਾ। ਸਾਰਿਆਂ ਦੇ ਦੇਖਦਿਆਂ ਤੂੰ ਇਹ ਕੋ ਕਰਮ ਮੇਰੇ ਨਾਲ ਕਰਨ ਲੱਗਾ, ਐ ਨਾ ਕਰ। ਤੇਰਾ ਮੇਰਾ ਬਚਨ ਰਿਹਾ, ਮੈਂ ਰਾਤ ਨੂੰ ਤੂੰ ਦੱਸ ਜਿੱਥੇ ਕਹੇ ਉੱਥੇ ਆ ਜਾਵਾਂਗੀ। ਤਜੇ ਆਬ ਮੋਕੋ ਦਿਵਸ ਨਿਜ ਸੰਕੇਤ ਬਤਾਏ। ਤੇ ਮੈਨੂੰ ਤੂੰ ਜਗ੍ਹਾ ਦੱਸ ਦੇ, ਆ ਦਿਨ ਦਾ ਸਮਾਂ, ਹੁਣ ਇਹ ਨਾ ਮੇਰੇ ਨਾਲ ਜ਼ੁਲਮ ਕਰ, ਰਾਤ ਨੂੰ ਮੈਂ ਪਹੁੰਚ ਜਾਵਾਂਗੀ। ਚਾਉ ਪਏ ਇਸ ਬਿਦ ਸੋਨ ਕ੍ਰਿਚਕ ਹਰ ਖਾਨਾ। ਇਹ ਜਿਸ ਵੇਲੇ ਦਰੋਪਦੀ ਦੇ ਬਚਨ ਸੁਣੇ ਕਰੀਚਕ ਨੇ ਤੇ ਬੜਾ ਖੁਸ਼ ਹੋਇਆ ਕਿ ਇਹ ਮੇਰੀ ਭੈਣ ਦੀ ਨੌਕਰਾਣੀ ਜਿਹੜੀ ਹੈ, ਇਹਨੇ ਹਾਂ ਕਰ ਦਿੱਤੀ ਹੈ ਮੈਨੂੰ। ਬੇਗਸ ਬਦਨ ਤੇ ਬਚਨ ਬਖਾਨਾ। ਤੇ ਬੜਾ ਖੁਸ਼ ਹੋ ਕੇ ਦਰੋਪਦੀ ਨੂੰ ਕਹਿਣ ਲੱਗਾ, ਨਿਸਾ ਹੋਤ ਸੋਨੇ ਚਟ ਸਾਰੋ। ਸੋ ਇਸ ਤਰ੍ਹਾਂ ਹੈ, ਜਦ ਰਾਤ ਹੋਵੇਗੀ ਨਾ, ਅੱਜ ਜਿੱਥੇ ਬੱਚੇ ਪੜ੍ਹਦੇ ਐ, ਇਹ ਤਾਂ ਦਿਨੇ ਦਿਨੇ ਪੜ੍ਹ ਕੇ ਚਲ ਜਾਂਦੇ, ਰਾਤ ਨੂੰ ਇਹ ਸੁੰਨੀ ਹੋਊਗੀ ਚਾੜਸਾਲ ਬੱਚਿਆਂ ਦੇ ਪੜ੍ਹਨ ਵਾਲੀ ਜਗ੍ਹਾ ਪਾਠਸ਼ਾਲਾ ਜਿਹੜੀ ਹੈ। ਤਾਂ ਆਏ ਮਿਲ ਮੋਹੇ ਸੰਗਾਰੋ। ਤੇ ਇੱਥੇ ਤੂੰ ਮੈਨੂੰ ਆਣ ਕੇ ਮਿਲਣਾ ਰਾਤ ਨੂੰ। ਜੇ ਜਾਮਨ ਕੋ ਨਹ ਤੁਮ ਆਏ। ਤੇ ਜੇ ਤੂੰ ਰਾਤ ਨੂੰ ਮੇਰੇ ਪਾਸ ਨਾ ਆਇਓ ਭੋਰ ਪਾਈ ਤੇ ਲਿਓ ਗਹਾਏ। ਤੇ ਕਹਿਣ ਲੱਗਾ ਫਿਰ ਮੈਂ ਦਿਨ ਚੜੇ ਪਕੜਾਂਗਾ, ਤੇਰੀ ਬੜੀ ਮੰਦੀ ਹਾਲਤ ਕਰਾਂਗਾ। ਛੋਟੇ ਸਿੰਘ ਤੇ ਮਿਰਗੀ ਜੈਸੇ। ਤੇ ਛੱਡ ਦਿੱਤੀ ਕੀਚਕ ਨੇ, ਜਿਸ ਤਰ੍ਹਾਂ ਸ਼ੇਰ ਨੇ ਪਕੜੀ ਹੋਵੇ ਹਿਰਨੀ ਤੇ ਰੱਬ ਬੌੜ ਪਵੇ ਹਿਰਨੀ ਛੁੱਟ ਜਾਵੇ ਸ਼ੇਰ ਦੇ ਪਾਸੋਂ। ਗਮਰਿਓ ਸਾਧਨ ਬਿਖੈ ਤਾਜ ਤੈਸੇ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਹਿਰਨੀ ਸ਼ੇਰ ਦੇ ਮੂੰਹ ਵਿੱਚੋਂ ਛੁੱਟਣ ਵਾਂਗੂ ਕੀਚਕ ਦੇ ਹੱਥੋਂ ਛੁੱਟ ਕੇ ਇਹ ਦਰੋਪਦੀ ਨੱਠ ਗਈ। ਬਿਥਰੇ ਬਾਰ ਬਦਨ ਕੁਮਲਾਨੋ। ਇਸੇ ਤਰ੍ਹਾਂ ਬਾਲ ਖਿਲਰੇ ਹੋਏ ਐ, ਚਿਹਰੇ ਦਾ ਰੰਗ ਉੱਡਿਆ ਹੋਇਆ, ਮੰਦੀ ਹਾਲਤ ਹੋਈ ਹੈ। ਘੇਰਿਓ ਤਾਮੇ ਪਤ ਤਮ ਨੈ ਮਾਨੋ। ਤੇ ਸਾਧ ਸੰਗਤ ਜੀ, ਹਾਂਜੀ, ਘੇਰਿਓ ਤਾਮੇ ਪਤ ਤਮ ਨੈ ਮਾਨੋ। ਸੋ ਇਸ ਤਰ੍ਹਾਂ ਸਾਰਾ ਚਿਹਰਾ ਜਿਹੜਾ ਹੈ ਰੰਗੋਂ ਬਿਰੰਗ ਹੋਇਆ, ਧੂੜ ਮਿੱਟੀ ਸਿਰ ਦੇ ਵਿੱਚ ਪਈ ਹੋਈ ਹੈ। ਸੋ ਕੇ ਆਧਰ ਸਿਥਲ ਸਭ ਅੰਗਾ। ਸਾਰੇ ਸਰੀਰ ਦੇ ਅੰਗ ਜਿਹੜੇ ਸਿਥਲ ਹੋਏ ਪਏ ਐ, ਬੁੱਲ ਜਿਹੜੇ ਐ ਸੁੱਕੇ ਪਏ ਐ। ਲਪਟ ਧੂਲ ਤਨ ਭਇਓ ਕੁਰੰਗਾ। ਇਸ ਤਰ੍ਹਾਂ ਰੰਗੋਂ ਬਿਰੰਗ ਹੋਈ ਪਈ ਹੈ ਦਰੋਪਦੀ। ਦੋਹਰਾ ਭੂਪ ਉਠਾ ਸਭ ਸਭਾ ਸੋ ਹੋਤ ਭਈ ਜਬ ਰਾਇਨ। ਉਧਰ ਰਾਜਾ ਜਿਹੜਾ ਸੀਗਾ ਵਿਰਾਟ, ਉਹ ਵੀ ਆਪਣੀ ਸਭਾ ਉਹਨੇ ਚੱਕ ਲਈ ਤੇ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਰਾਤ ਦਾ ਸਮਾਂ ਹੋ ਗਿਆ। ਔਰ ਬੇਸੋਰ ਪਾਂਡਵ ਗਏ ਜਹ ਜਹ ਤਿਨਕੇ ਐਨ। ਤੇ ਇਹ ਜਿਹੜੇ ਪਾਂਡਵ ਸੀਗੇ ਪੰਜੇ ਹੀ ਰਾਜ ਦਰਬਾਰ ਦੇ ਵਿੱਚ ਰਹਿੰਦੇ, ਆਪਣੀ ਆਪਣੀ ਸੇਵਾ ਨਿਭਾਉਂਦੇ, ਇਹ ਵੀ ਆਪਣੇ ਆਪਣੇ ਟਿਕਾਣਿਆਂ ਨੂੰ ਰਾਤ ਨੂੰ ਚਲੇ ਗਏ। ਚਾਉ ਪਏ ਭੋਜਨ ਕਰਨ ਹੋਤੇ ਜਹ ਥਾਈ। ਤੇ ਜਿੱਥੇ ਪ੍ਰਸ਼ਾਦਾ ਛਕਣ ਦੀ ਜਗ੍ਹਾ ਸੀ, ਬੈਠਿਓ ਭੀਮ ਤਾਹਾਂ ਪਛਤਾਏ। ਤੇ ਇਹ ਭੀਮ ਜਿਹੜਾ ਹੈ
ਉੱਥੇ ਰਸੋਈ ਦੇ ਵਿੱਚ ਬੈਠਾ ਹੋਇਆ, ਲੰਗਰ ਦੇ ਵਿੱਚ ਬੈਠਾ ਹੋਇਆ, ਬਹੁਤ ਦੁਖੀ ਹੋ ਰਿਹਾ ਹੈ। ਹੋਏ ਤੇ ਮਾਰ ਦ੍ਰੋਪਦੀ ਆਏ। ਜਿਸ ਵੇਲੇ ਹਨੇਰਾ ਹੋਇਆ, ਸ਼ਾਮਾਂ ਪਈਆਂ, ਇਹ ਦ੍ਰੋਪਦੀ ਭੀਮ ਦੇ ਪਾਸ ਆਈ ਰੋਏ ਭੀਮ ਕੇ ਗਰ ਲਪਟਾਏ। ਅਤੇ ਰੋ ਕੇ ਗਲ ਨੂੰ ਚਿੰਬੜ ਗਈ ਭੀਮ ਦੇ ਨੂੰ ਦ੍ਰੋਪਦੀ। ਤਾਰ ਬਿਰਖ ਜਿਉ ਲਤਾ ਸੋ ਲਾਗੇ। ਇਸ ਤਰ੍ਹਾਂ ਚਿੰਬੜ ਗਈ ਭੀਮ ਨੂੰ ਜਿਵੇਂ ਸਾਧ ਸੰਗਤ ਜੀ ਤਾੜ ਦੇ ਬਿਰਛ ਦੇ ਨਾਲ ਬੇਲ ਚਿੰਬੜੀ ਹੁੰਦੀ ਹੈ। ਰੋਵਤ ਜਨ ਧੋਵਤ ਦੁਖ ਦਾਗੇ। ਤੇ ਰੋਂਦੀ ਹੈ ਉੱਚੀ ਉੱਚੀ, ਅੱਖਾਂ ਦੇ ਪਾਣੀ ਦੇ ਨਾਲ ਜਾਣੋ ਆਪਣੇ ਅੱਜ ਦੇ ਦੁੱਖ ਕੀ, ਅੱਜ ਤੱਕ ਦੇ ਜਿੰਨੇ ਦੁੱਖ ਸਾਰੇ ਧੋ ਰਹੀ ਹੈ। ਮੁਖ ਤੇ ਵਾਕ ਨਾ ਜਾਏ ਬਖਾਨਾ। ਇੰਨਾ ਦੁਖੀ ਹੋਈ ਪਈ ਹੈ ਦ੍ਰੋਪਦੀ, ਮੂੰਹ ਤੋਂ ਬੋਲ ਕੇ ਦੱਸਿਆ ਨਹੀਂ ਜਾਂਦਾ ਹੈ। ਗਦ ਗਦ ਗੇਰਾ ਪਰਮ ਡਰ ਮਾਨਾ। ਤੇ ਡਰ ਵੀ ਬਾਹਲਾ ਜ਼ਿਆਦਾ ਹੈ ਮਨ ਦੇ ਵਿੱਚ, ਔਰ ਗੁੱਸਾ ਵੀ ਹੈ, ਕ੍ਰੋਧ ਵੀ ਹੈ। ਤੇ ਕ੍ਰੋਧ ਤੇ ਗੁੱਸੇ ਦੇ ਵਿੱਚ ਤੇ ਭਏ ਦੇ ਵਿੱਚ ਬੋਲਿਆ ਵੀ ਨਹੀਂ ਜਾਂਦਾ। ਧਾਰ ਧੀਰਜ ਪੁਨ ਬੈਨ ਉਚਾਰੇ। ਵੱਡਾ ਹੌਸਲਾ ਕਰਕੇ ਦ੍ਰੋਪਦੀ ਭੀਮ ਨੂੰ ਕਹਿਣ ਲੱਗੀ, ਪਾਂਚੋ ਪਤ ਤੁਮ ਮੋਹ ਰਖਵਾਰੇ। ਕਹਿਣ ਲੱਗੀ ਦੇਖੋ ਤੁਸੀਂ ਮੇਰੇ 5 ਪਤੀ ਹੋ, 5 ਮੇਰੀ ਰੱਖਿਆ ਕਰਨ ਵਾਲੇ ਹੋ। ਮਹਾਸੁਰ ਆਤ ਬਲੇ ਧਨੁਰ ਤਰ। ਤੇ 5 ਐਵੇਂ ਕੋਈ ਨਾਮ ਤਰੀਕ ਨਹੀਂ, 5 ਹੀ ਵੱਡੇ ਭਾਰੀ ਸੂਰਮੇ ਹੋ, ਸ਼ਸਤਰ ਧਾਰੀ ਹੋ, ਸ਼ਸਤਰ ਚਲਾਉਣ ਦੀ ਮਹਾਰਤ ਚੰਗੀ ਰੱਖਦੇ ਹੋ। ਤੁਮ ਹੋਵਤ ਸਤ ਟਾਰਤ ਬਲ ਕਰ। ਤੇ ਦੇਖੋ ਇਹ ਜੇ ਮੇਰੇ 5 ਪਤੀਆਂ ਦੇ ਹੁੰਦਿਆਂ ਹੋਇਆਂ ਆ ਰਾਜੇ ਦਾ ਮੂਰਖ ਸਾਲਾ ਮੇਰੀ ਬੇਪਤੀ ਕਰੇ ਤੇ ਇਹਦੋਂ ਵੱਡੀ ਦੁੱਖ ਦੀ ਗੱਲ ਕੀ ਹੋ ਸਕਦੀ ਹੈ। ਦੋਹਰਾ ਕਹਾ ਮਿਲਨ ਸੰਕੇਤ ਕੋ ਜਾਉ ਨਾ ਜਾਉ ਤਿਹ ਪਾਸ। ਕਹਿਣ ਲੱਗੀ ਭੀਮ ਨੂੰ, ਮੈਂ ਇਸ ਤਰ੍ਹਾਂ ਵਾਅਦਾ ਕਰਕੇ ਛੁੱਟ ਕੇ ਆਈ ਹੈ। ਮੈਂ ਕੀਚਕ ਨੂੰ ਕਿਹਾ ਸੀ ਕਿ ਇਸ ਜਗ੍ਹਾ ਤੇ ਮੈਂ ਤੈਨੂੰ ਰਾਤ ਨੂੰ ਆਣ ਕੇ ਮਿਲਾਂਗੀ। ਇਹ ਵਾਅਦੇ ਦੇ ਨਾਲ ਮੈਂ ਉਹਦੇ ਪੰਜੇ ਵਿੱਚੋਂ ਨਿਕਲੀ ਐ। ਭੋਰ ਭਈ ਲੈ ਜਾਵਈ ਗਹਿ ਕਰ ਆਪਨ ਆਵਾਸ। ਤੇ ਜੇ ਮੈਂ ਆਪ ਨਾ ਗਈ ਤੇ ਦਿਨ ਚੜ੍ਹਦੇ ਸਾਰ ਹੀ ਉਹਨੇ ਪਕੜ ਕੇ ਮੈਨੂੰ ਆਪਣੇ ਘਰੇ ਲੈ ਜਾਣਾ ਹੈ। ਸਵਈਆ ਸੀਤਲ ਸੁਆਸ ਭਰੇ ਕਹਿ ਬੈਨ। ਇਸ ਤਰ੍ਹਾਂ ਇਹ ਬਚਨ ਦੱਸ ਕੇ ਦ੍ਰੋਪਦੀ ਭੀਮ ਨੂੰ ਤੇ ਹੌਕੇ ਭਰ ਕੇ ਰੋਣ ਲੱਗੀ। ਬਿਲੋਚਨ ਤੇ ਜਲ ਨਾ ਠਹਿਰਾਏ। ਅੱਖਾਂ ਦੇ ਵਿੱਚੋਂ ਝੜੀ ਲੱਗ ਗਈ ਆਂਸੂਆਂ ਦੀ, ਬਰਸੀ ਜਾ ਰਹੇ ਨੇ ਆਂਸੂ, ਰੁਕਣ ਦਾ ਨਾਮ ਨਹੀਂ ਲੈਂਦੇ ਹਨ। ਚਿੰਤ ਬੜੀ ਸਰਿਤਾ ਮਹਿ ਬੋੜ। ਸੋ ਚਿੰਤਾ ਦੀ ਨਦੀ ਦੇ ਵਿੱਚ ਡੁੱਬਦੀ ਜਾ ਰਹੀ ਹੈ ਦ੍ਰੋਪਦੀ। ਉਪਾਵ ਕਰਾਰ ਕੋ ਨਹਿ ਪਾਏ। ਤੇ ਕੋਈ ਉਪਾਵ ਨਹੀਂ ਹੈ, ਉਪਾਵ ਯਤਨ ਤਰੀਕਾ ਰੂਪੀ ਕਿਨਾਰਾ ਨਹੀਂ ਕੋਈ ਦਿਸ ਰਿਹਾ ਵੀ ਕਿਵੇਂ ਇਸ ਦੁੱਖ ਤੋਂ ਨਦੀ ਤੋਂ ਮੈਂ ਪਾਰ ਹੋਵਾਂ। ਭੀਮ ਕਹਿਓ ਤਹਿ ਜਾਵਹੁ ਮੈਂ। ਭੀਮ ਕਹਿਣ ਲੱਗਾ ਤੂੰ ਰੋ ਨਾ, ਚਿੰਤਾ ਨਾ ਕਰ, ਤੇਰੀ ਜਗ੍ਹਾ ਤੇ ਮੈਂ ਜਨਾਨੇ ਕੱਪੜੇ ਪਾ ਕੇ ਜਾਊਂਗਾ ਕੀਚਕ ਦੇ ਪਾਸ। ਔਰ ਧੀਰ ਦਏ ਸਭ ਪੇਰ ਮਿਟਾਏ। ਤੇ ਇਸ ਤਰ੍ਹਾਂ ਦ੍ਰੋਪਦੀ ਨੂੰ ਧੀਰਜ ਦਿੱਤੀ ਹੈ ਭੀਮ ਨੇ। ਜਾਹੇ ਸੰਕੇਤ ਕਰਾ ਤਿਸ ਨੈ। ਜਿੱਥੇ ਦਾ ਉਸ ਨੇ ਨਿਸ਼ਾਨੀ ਦੱਸੀ ਹੋਈ ਸੀ ਕੀਚਕ ਨੇ ਕਿ ਵੀ ਇੱਥੇ ਤੂੰ ਰਾਤ ਨੂੰ ਆਵੀਂ। ਸਭ ਰੇਤ ਸੋ ਮੋਹਿ ਕੋ ਦੇਹ ਬਤਾਏ। ਕਹਿਣ ਲੱਗਾ ਭੀਮ ਵੀ ਦ੍ਰੋਪਦੀ ਤੂੰ ਮੈਨੂੰ ਉਹ ਜਗ੍ਹਾ ਦੱਸ ਨਾਲ ਜਾ ਕੇ ਜਿੱਥੇ ਉਹਨੂੰ ਤੂੰ ਮਿਲਣਾ ਠਹਿਰਾਇਆ ਹੋਇਆ। ਦ੍ਰੋਪਦੀ ਬੈਨ ਭਨੇ ਪਤ ਸੋ। ਤੇ ਦ੍ਰੋਪਦੀ ਨੇ ਆਪਣੇ ਪਤੀ ਭੀਮ ਨੂੰ ਕਿਹਾ ਚਟ ਸਾਰ ਬਿਖ ਮੋਹਿ ਤਾਹੇ ਬੁਲਾਏ। ਕਿ ਇਹ ਜਿਹੜੀ ਪਾਠਸ਼ਾਲਾ ਜਿੱਥੇ ਬੱਚੇ ਪੜ੍ਹਦੇ ਹਨ ਇੱਥੇ ਉਸਨੇ ਮੈਨੂੰ ਬੁਲਾਇਆ ਹੈ। ਤਾਂ ਸਮਝਾਏ ਭਲੇ ਬਿਦ ਸੋ। ਚੰਗੀ ਤਰ੍ਹਾਂ ਭੀਮ ਨੂੰ ਸਮਝਾ ਦਿੱਤਾ, ਜਗ੍ਹਾ ਵਿਖਾ ਦਿੱਤੀ, ਦੱਸ ਦਿੱਤਾ। ਨਿਜ ਥਾਨ ਬਿਖੈ ਚਲ ਕੈ ਪੁਨ ਆਏ। ਉਪਰੰਤ ਆਪਣੀ ਜਗ੍ਹਾ ਤੇ ਵਾਪਸ ਆ ਗਈ ਦ੍ਰੋਪਦੀ। ਭੋਜਨ ਖਾਏ ਅਘਾਏ ਕੈ। ਇਸ ਤਰ੍ਹਾਂ ਲੰਗਰ ਪ੍ਰਸ਼ਾਦਾ ਛਕ ਕੇ ਭੀਮ ਚਲਾ ਹਿਤ ਮਾਰਨ ਕੇ ਤਿਹ ਤਾਈ। ਤੇ ਭੀਮ ਜਿਹੜਾ ਹੈ ਉਹ ਇਹਨੂੰ ਕੀਚਕ ਨੂੰ ਮਾਰਨ ਵਾਸਤੇ ਗਿਆ। ਕ੍ਰਿਚਕ ਕੇ ਬਿਰਥਾ ਸੁਣੀਏ। ਅੱਗੇ ਕੀਚਕ ਨੇ ਕੀ ਕੀਤਾ? ਦਿਨ ਬੀਤਤ ਨਾਹੇ ਰਹਿ ਅਕੁਲਾਏ। ਵਾਅਦਾ ਲਿਆ ਹੋਇਆ ਦ੍ਰੋਪਦੀ ਤੋਂ ਕਿ ਰਾਤ ਨੂੰ ਮੈਂ ਆਵਾਂਗੀ। ਇਸੇ ਵਾਅਦੇ ਦੇ ਵਿੱਚ ਦੁਖੀ ਹੋਇਆ ਵੀ ਰਾਤ ਨਹੀਂ ਪੈਣ ਨੂੰ ਆਉਂਦੀ, ਰਾਤ ਕਿਉਂ ਨਹੀਂ ਪੈਂਦੀ ਅੱਜ।
ਕਬਿਤ ਚੇਤ ਬਿਖੈ ਚੇਤਵਤ ਮਿਲੇ ਕਬ ਅੰਗ ਸੰਗ। ਇਸ ਤਰ੍ਹਾਂ ਮਨ ਦੇ ਵਿੱਚ ਚਿਤਮਨੀਆਂ ਚਿਤਵਰਿਆ ਹੈ ਕਿ ਦ੍ਰੋਪਦੀ ਮੈਨੂੰ ਆਣ ਕੇ ਕਦੋਂ ਮਿਲੇਗੀ। ਕਰੋ ਮਨ ਪਾਇਓ ਕਬ ਦਿਵਸ ਬਿਹਾਏ ਹੈ। ਤੇ ਇਸ ਤਰ੍ਹਾਂ ਕਦੋਂ ਇਹ ਰਾਤ ਪਵੇ ਤੇ ਕਦੋਂ ਦ੍ਰੋਪਦੀ ਮੈਨੂੰ ਮਿਲੇ। ਮੀਨ ਸਮ ਤਰਫਤ ਕਾਮ ਸੋ ਪੀੜਤ ਅਤ। ਜਿਸ ਤਰ੍ਹਾਂ ਸਾਧ ਸੰਗਤ ਜੀ ਪਾਣੀ ਤੇ ਫਿਰ ਮੱਛੀ ਤੜਫਦੀ ਹੈ, ਇਸ ਤਰ੍ਹਾਂ ਕਾਮ ਵਿੱਚ ਅੰਨਾ ਹੋਇਆ ਹੋਇਆ ਇਹ ਵਿਰਾਟ ਰਾਜੇ ਦਾ ਸਾਲਾ ਕੀਚਕ ਤੜਫਣ ਲੱਗਾ। ਮੋਕੋ ਸੁਖ ਦਾਨ ਕਬ ਦਰਸ ਦਿਖਾਏ ਹੈ। ਉਡੀਕਣ ਲੱਗਾ ਹੈ ਦ੍ਰੋਪਦੀ ਨੂੰ। ਚੈਨ ਨ ਪਰਤ ਇਤ ਉਤਹੁ ਕੋ ਬਿਚਰਤ। ਇਸ ਤਰ੍ਹਾਂ ਆਰਾਮ ਨਹੀਂ ਆਉਂਦਾ, ਤੁਰਿਆ ਫਿਰਦਾ ਇੱਧਰ ਉੱਧਰ। ਵਿਯੋਗ ਤੇ ਤਪਤ ਮਾਨੋ ਅਬ ਜਰ ਜਾਏ ਹੈ। ਹਾਂਜੀ, ਐਸੇ ਗਤ ਭਈ ਮਤ ਚਿਤ ਤੇ ਬਿਸਰ ਗਈ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੀਆਂ ਚਿੰਤਾਵਾਂ ਦੇ ਵਿੱਚ ਹੀ ਡੁੱਬਿਆ ਹੋਇਆ ਇਹ ਕੀਚਕ। ਹੋਵਤ ਪ੍ਰਦੋਖ ਕੇ ਸੋ ਉਠ ਹਰ ਖਾਏ ਹੈ। ਤੇ ਚਿੰਤਾ ਦੇ ਵਿੱਚ ਹੀ ਲੰਘਦਿਆਂ ਲੰਘਦਿਆਂ ਦਿਨ ਬਤੀਤ ਹੋ ਗਿਆ, ਸ਼ਾਮਾਂ ਪੈ ਗਈਆਂ, ਉੱਠਿਆ ਇਹ ਕੀਚਕ। ਪਾਂਦੇ ਸੰਗ ਛਟਿਆਲੇ ਗਏ ਨਿਜ ਧਾਮ ਜਬ। ਉਹ ਜਿੱਥੇ ਪਾਂਡੇ ਪੰਡਤ ਪੜ੍ਹਾਉਂਦੇ ਬੱਚਿਆਂ ਨੂੰ, ਛੁੱਟੀ ਹੋ ਗਈ, ਬੱਚੇ ਸਭ ਘਰਾਂ ਨੂੰ ਚਲੇ ਗਏ, ਪੰਡਤ ਪਾਂਦੇ ਵੀ ਆਪਣੇ ਘਰਾਂ ਨੂੰ ਚਲੇ ਗਏ। ਉਸਤਾਦ ਆਨਕ ਪਰਿਅੰਕ ਸੇਤ ਸੇਜ ਕੋ ਡਸਾਇਓ ਹੈ। ਤੇ ਉਹ 4 ਸਾਲ ਬੱਚੇ ਪੜ੍ਹਨ ਵਾਲੀ ਜਗ੍ਹਾ, ਜਿਹਨੂੰ ਆਪਾਂ ਅੱਜ ਦੇ ਸਮੇਂ ਸਕੂਲ ਕਹਿ ਦਿੰਦੇ ਆ, ਪੁਰਾਣੇ ਸਮੇਂ ਮਦਰਸੇ ਵੀ ਕਿਹਾ ਜਾਂਦਾ ਸੀਗਾ। ਸੋ ਜਾ ਕੇ ਉੱਥੇ ਪਲੰਘ ਆਪਦਾ ਲਵਾ ਲਿਆ ਕੀਚਕ ਨੇ। ਅਤਰ ਸੁਗੰਧੇ ਅੰਗ ਅੰਗ ਮੈਂ ਲਗਾਏ ਕਰ। ਇਸ ਤਰ੍ਹਾਂ ਆਪਣੇ ਸਰੀਰ ਨੂੰ ਵੀ ਅਤਰ ਫਲੇਦ ਆਦਿਕ ਮਲ ਲਿਆ। ਬੈਠੋ ਤਬ ਆਏ ਧਿਆਨ ਤਾਹੇ ਦੇਸ਼ ਲਾਇਓ ਹੈ। ਤੇ ਮੰਜਾ ਜਿੱਥੇ ਡਾਇਆ ਹੋਇਆ ਅਤਰ ਫਲੇਲ ਲਾ ਕੇ ਮੰਜੇ ਤੇ ਬੈਠ ਗਿਆ ਆਣ ਕੇ। ਫੂਲ ਮਾਲ ਗਲੇ ਡਾਰ ਰਾਖੇ ਹੈ ਸਵਾਰ ਔਰ। ਇਸ ਤਰ੍ਹਾਂ ਸਰੀਰ ਨੂੰ ਸਵਾਰਿਆ ਹੋਇਆ, ਗਲ ਦੇ ਵਿੱਚ ਫੁੱਲਾਂ ਦੇ ਹਾਰ ਪਾਇਆ ਹੋਇਆ। ਸੁੰਦਰ ਸਮਾਜ ਕਰ ਦੇਹ ਲਸ਼ਕਾਇਓ ਹੈ। ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਸਵਾਰਿਆ ਕੀਚਕ ਨੇ। ਲਾਈ ਬਹੁ ਦੇਰ ਕਦੋਂ ਮਤ ਗਈ ਫੇਰ। ਸੋ ਸਾਧ ਸੰਗਤ ਜੀ ਬੈਠਾ ਹੋਇਆ ਮੰਜੇ ਤੇ ਵਿਚਾਰਾਂ ਕਰਦਾ ਹੈ। ਇਹਨੂੰ ਇਹ ਤਾਂ ਪਤਾ ਨਹੀਂ ਵੀ ਉਹ ਦ੍ਰੋਪਦੀ ਆਪਣੀ ਭੈਣ ਦੀ ਨੌਕਰਾਣੀ ਸਮਝਦਾ ਹੈ। ਕਹਿੰਦਾ ਪਤਾ ਨਹੀਂ ਆਵੇ ਕਿ ਨਾ ਆਵੇ, ਦੇਰ ਬਹੁਤ ਲਾ ਦਿੱਤੀ, ਅਜੇ ਤੱਕ ਪਹੁੰਚੀ ਨਹੀਂ ਹੈ। ਬੈਠੇ ਚੌਕ ਚੌਕ ਹੇਰ ਬੜੋ ਜਹਾਂ ਤਮ ਛਾਇਓ ਤੇ ਹੈ। ਹਨੇਰੇ ਦੇ ਵਿੱਚ ਨੀਵੀਂ ਪਾ ਪਾ ਕੇ ਝੁਕ ਝੁਕ ਕੇ ਦੇਖਦਾ ਵੀ ਪਹੁੰਚੀ ਕਿਉਂ ਨਹੀਂ ਅਜੇ ਤੱਕ। ਭੀਮ ਜਬ ਗਾਇਓ ਪਗ ਖਰ ਕਾ ਸੋਨਾ ਤਪਾਇਓ। ਉਧਰ ਭੀਮ ਨੇ ਇਸਤਰੀਆਂ ਵਾਲੇ ਕੱਪੜੇ ਪਹਿਨ ਲਏ ਤੇ ਜਿੱਥੇ ਉਹ ਦੱਸੀ ਹੋਈ ਸੀ ਜਗ੍ਹਾ, ਭੀਮ ਜਦ ਉੱਥੇ ਪਹੁੰਚਿਆ ਪੈਰਾਂ ਦੀ ਆਵਾਜ਼ ਆਈ। ਜਾਣੇ ਸੁਖ ਦੈਨ ਆਬ ਮੇਰੇ ਟੇਗ ਆਈ ਹੈ। ਤੇ ਇਹਦੇ ਮਨ ਨੂੰ ਭਰੋਸਾ ਹੋ ਗਿਆ ਕਿ ਵਾਕਿਆ ਹੀ ਉਹ ਇਸਤਰੀ ਮੇਰੇ ਪਾਸ ਆ ਗਈ ਹੈ। ਰਿਦ ਹਰ ਖਾਏ ਨਿਜ ਅੰਗ ਮੈਂ ਨ ਮਾਏ। ਬਹੁਤ ਜ਼ਿਆਦਾ ਖੁਸ਼ ਹੋ ਗਿਆ ਪੈਰਾਂ ਦੀ ਆਵਾਜ਼ ਨੂੰ ਸੁਣ ਕੇ। ਅਬ ਕਰੂੰ ਕਾਮ ਕੇਲ ਮਿਲ ਭਈ ਮਨ ਪਾਈ ਹੈ। ਤੇ ਇਹਦੇ ਮਨ ਭਾਉਂਦੀ ਗੱਲ ਹੋਈ ਜੋ ਇਹ ਚਾਹੁੰਦਾ ਸੀ ਕਿ ਉਹ ਮੇਰੀ ਭੈਣ ਦੀ ਨੌਕਰਾਣੀ ਆਵੇ। ਇਹਨੂੰ ਇਹ ਤਾਂ ਮੂਰਖ ਨੂੰ ਪਤਾ ਨਹੀਂ ਹੈ ਵੀ ਭਾਣਾ ਕੀ ਵਰਤਣਾ ਹੈ। ਆਪਣੇ ਚਿੱਤੋਂ ਇਹਨੇ ਸਮਝਿਆ ਵੀ ਵਾਕਿਆ ਉਹ ਆ ਗਈ। ਇਹ ਵਿਚਾਰ ਕਰਕੇ ਮਨ ਵਿੱਚ ਖੁਸ਼ ਹੋਣ ਲੱਗਾ। ਗਏ ਤੇ ਸਮੀਪ ਹਾਥ ਗਹਿਨ ਚਲਾਇਓ ਹਾਥ। ਜਿਸ ਵੇਲੇ ਭੀਮ ਨੇ ਔਰਤਾਂ ਵਾਲੇ ਕੱਪੜੇ ਪਾਏ ਹੋਏ ਕੀਚਕ ਦੇ ਪਾਸ ਗਿਆ ਤੇ ਕੀਚਕ ਨੇ ਅੱਗੋਂ ਇਸਤਰੀ ਸਮਝ ਕੇ ਆਪਣਾ ਹੱਥ ਅੱਗੇ ਵਧਾਇਆ। ਤਾਂ ਕੋ ਗਹਿ ਲੈਨੋ ਖੈਂਚ ਰਹਿਓ ਨਾ ਛੁਰਾਈ ਹੈ। ਤੇ ਅੱਗੋਂ ਫੜ ਲਿਆ ਹੱਥ ਭੀਮ ਨੇ, ਵਾਹ ਲਾ ਲਈ ਪੂਰੀ ਆਪਣੀ ਕੀਚਕ ਨੇ, ਪਰ ਬਾਂਹ ਨਹੀਂ ਛਡਾ ਸਕਿਆ ਭੀਮ ਦੇ ਪਾਸੋਂ। ਉਠਿਓ ਤਬ ਠਾਂਡਾ ਪਾਇਓ ਕੌਰੇ ਵਿੱਚ ਗਹਿਓ ਲਾਇਓ। ਤੇ ਜਿਸ ਵੇਲੇ ਹੱਥ ਨਾ ਛੁੱਟਿਆ ਮੰਜੇ ਤੋਂ ਉੱਠਿਆ ਵੀ ਇਹ ਤੇ ਇਸਤਰੀ ਨਹੀਂ, ਇਹ ਤਾਂ ਕੋਈ ਹੋਰ ਹੀ ਬਲਾ ਪੈ ਗਈ ਮੈਨੂੰ। ਉੱਠਦਿਆਂ ਹੀ ਇਸ ਨੇ ਪਕੜ ਲਿਆ ਭੀਮ ਨੂੰ। ਸੁਰ ਪਹਿਚਾਨਿਓ ਲਗੇ ਕਰਨ ਲੜਾਈ ਹੈ। ਫੇਰ ਇਹਨੂੰ ਪਤਾ ਲੱਗਾ ਵੀ ਤਾਂ ਇਸਤਰੀ ਨਹੀਂ, ਇਹ ਤੇ ਕੋਈ ਸੂਰਮਾ ਮੇਰੇ ਸਾਹਮਣੇ ਆ ਗਿਆ ਹੈ। ਐ ਜੰਗ ਹੋਣ ਲੱਗਾ ਭੀਮ ਦਾ ਤੇ ਕੀਚਕ ਦਾ। ਮੁਸ਼ਟ ਪ੍ਰਹਾਰ ਕਰ ਲਗੇ ਕਰਿਆਰ ਮਾਨੋ। ਇਸ ਤਰ੍ਹਾਂ ਸਾਧ ਸੰਗਤ ਜੀ ਘਸੁੰਨ ਮੁਕੀਆਂ ਦੀ ਲੜਾਈ ਸ਼ੁਰੂ ਹੋ ਗਈ ਕੀਚਕ ਦੀ ਤੇ ਭੀਮ ਦੀ। ਕਾੜਤ ਲੋਹਾਰ ਜਾਵੇਂ ਬਲ ਹੈ ਸਮਾਨ ਕੋ। ਜਿਸ ਤਰ੍ਹਾਂ ਲੋਹਾਰ ਜਿਹੜੇ ਹੁੰਦੇ ਲੋਹਾ ਕੁੱਟਦੇ,
ਐ ਮੁੱਕੇ ਘਸੁੰਨ ਇੱਕ ਦੂਜੇ ਨੂੰ ਮਾਰ ਮਾਰ ਕੇ ਲੜਨ ਲੱਗੇ ਕੀਚਕ ਤੇ ਭੀਮ। ਕਹਿਦੋਂ ਗਾਜ ਦੋ ਸਿੰਘ ਛਾਰ ਦੋ ਲਸੋ। ਜਾਣੋ ਜਿਵੇਂ ਦੋ ਹਾਥੀ ਆਪਸ ਵਿੱਚ ਲੜਦੇ ਹੁੰਦੇ ਆ, ਜਾਂ ਐ ਸਮਝੋ ਦੋ ਸ਼ੇਰ ਆਪਸ ਵਿੱਚ ਲੜਦੇ ਹੁੰਦੇ, ਐਉਂ ਮੁਕਾਬਲਾ ਸ਼ੁਰੂ ਹੋ ਗਿਆ ਭੀਮ ਦਾ ਤੇ ਕੀਚਕ ਦਾ। ਹ੍ਰਿਦੈ ਕ੍ਰੋਧ ਬਹੁ ਹੋ ਨਹਿ ਪਾਏ ਕੋ ਹਾਨ ਕੋ। ਸੋ ਕਿਸੇ ਦਾ ਵੀ ਨੁਕਸਾਨ ਨਹੀਂ ਹੋਇਆ, ਨਾ ਕੀਚਕ ਦਾ ਹੋਇਆ ਨਾ ਭੀਮ ਦਾ ਹੋਇਆ, ਦੋਵਾਂ ਦਾ ਜੰਗ ਚੱਲੀ ਜਾ ਰਿਹਾ ਹੈ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ। ਇਹ ਸਾਧ ਸੰਗਤ ਜੀ ਸਾਰੇ ਜਿਹੜੇ ਵਿਕਾਰ ਹਨ ਇਹ ਉਹਨਾਂ ਦਾ ਹੀ ਮੂਲ ਹੈ ਵਿਕਾਰਾਂ ਦਾ। ਪਹਿਲਾਂ ਜੂਏ ਦਾ ਵਿਕਾਰ, ਘਰੋਂ ਬੇਘਰ, ਤੇ ਅੱਗੇ ਕਿੰਨੇ ਸੇਵਕਾਂ ਸੇਵਾਦਾਰਾਂ ਨੇ ਹਾਜ਼ਰੀ ਵਿੱਚ ਹੱਥ ਬੰਨ੍ਹ ਕੇ ਖਲੋਣਾ, ਅੱਜ ਆਪ ਹੱਥ ਬੰਨ੍ਹ ਕੇ ਅੱਗੇ ਖਲੋਤੇ ਸੇਵਕ ਬਣ ਕੇ। ਸੋ ਰੋ ਰਹੇ ਨੇ ਪਾਂਡਵ ਮਜਬੂਰ ਬਣ ਕੇ, ਰੋ ਰਹੇ ਨੇ ਪਾਂਡਵ ਮਜਬੂਰ ਹੋ ਕੇ, ਜਿਨ੍ਹਾਂ ਦੀ ਇਸਤਰੀ ਦੀ ਬੇਪਤੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਇੱਕ ਵਾਰ ਨਹੀਂ ਦੋ ਵਾਰ ਹੋ ਰਹੀ ਹੈ। ਉਪਰੰਤ ਕਾਮ ਦੀ ਵਾਸ਼ਨਾ, ਜਿਸ ਤਰ੍ਹਾਂ ਨੌਜਵਾਨ ਲੜਕੇ ਨੇ ਕਿਹਾ ਸੀ ਵੀ ਕਾਕਾ ਤੁਸੀਂ ਕੌਣ ਹੋ, ਪਹਿਲਾਂ ਤਾਂ ਮੈਂ ਦੇਖਿਆ ਨਹੀਂ, ਕਹਿਣ ਲੱਗੇ ਕਾਮ ਹਾਂ, ਹੁਣ ਤੂੰ ਨੌਜਵਾਨ ਹੋਇਆ ਇਸ ਕਰਕੇ ਤੇਰੇ ਪਾਸ ਆਇਆ ਹੈ। ਤੇ ਕਹਿਣ ਲੱਗੇ ਕਿੱਥੇ ਰਹੀ ਨਾ, ਕਹਿੰਦਾ ਅੱਖਾਂ ਵਿੱਚ ਇੱਕ ਲੜਕੀ ਪ੍ਰਗਟ ਹੋਈ। ਤੇ ਉਹ ਨੌਜਵਾਨ ਲੜਕਾ ਪੁੱਛਦਾ ਤੂੰ ਕੌਣ ਹੈ, ਕਹਿੰਦੀ ਮੈਂ ਸ਼ਰਮ ਹੈ। ਤੇ ਕਹਿਣ ਲੱਗਾ ਲੜਕਾ ਤੂੰ ਕਿੱਥੇ ਰਹਿੰਦੀ, ਕਹਿਣ ਲੱਗੀ ਮੈਂ ਅੱਖਾਂ ਵਿੱਚ। ਤੇ ਕਹਿਣ ਲੱਗਾ ਲੜਕਾ ਬੱਚਾ ਜਿਹੜਾ ਨੌਜਵਾਨ ਹੋਇਆ ਸੀਗਾ, ਕਹਿੰਦਾ ਮੇਰੀਆਂ ਅੱਖਾਂ ਵਿੱਚ ਤੇ ਹੁਣੇ ਇੱਕ ਲੜਕਾ ਵੇਖਿਆ ਹੈ, ਆਪਣਾ ਨਾਮ ਕਾਮ ਦੱਸਦਾ ਸੀ, ਉਹ ਰਹਿੰਦਾ, ਤੇ ਤੂੰ ਅੱਖਾਂ ਵਿੱਚ, ਕਹਿੰਦੀ ਮੈਂ ਵੀ ਉਹਦੇ ਨਾਲ ਹੀ ਰਹਿੰਦੀ ਹਾਂ। ਜੇ ਉਹ ਬਲ ਪਾ ਜਾਵੇ ਤੇ ਮੈਂ ਹਾਰ ਜਾਂਦੀ ਹਾਂ, ਤੇ ਜੇ ਮੈਂ ਬਲ ਪਾ ਜਾਵਾਂ ਤੇ ਕਾਮ ਹਾਰ ਜਾਂਦਾ। ਮੇਰਾ ਨਾਂ ਸ਼ਰਮ, ਮੈਂ ਕਹਿੰਦੀ ਸ਼ਰਮ ਕਰ, ਤੇਰੇ ਘਰੇ ਤੇਰੀ ਮਾਂ ਹੈ, ਭੈਣ ਹੈ, ਹੋਰ ਰਿਸ਼ਤੇਦਾਰਾਂ ਵਿੱਚ ਬਹੁਤ ਹੈ, ਤੇ ਸ਼ਰਮ ਕਰ, ਇਹ ਕੋ ਕਰਮ ਨਾ ਕਰ। ਤੇ ਜੇ ਮੈਂ ਜਿੱਤ ਜਾਵਾਂ ਤੇ ਕਾਮ ਹਾਰ ਜਾਂਦਾ, ਤੇ ਜੇ ਕਾਮ ਜਿੱਤ ਜਾਵੇ ਤੇ ਮੈਂ ਹਾਰ ਜਾਨੀ ਹੈ। ਇਸ ਵਾਸਤੇ ਸੰਗਤ ਜੀ ਜੂਆ ਵੀ ਬੁਰਾ ਤੇ ਕਾਮ ਵੀ ਬੁਰਾ, ਹੰਕਾਰ ਸਾਰਿਆਂ ਤੋਂ ਬੁਰਾ। ਹੰਕਾਰ ਹਉਮੈ, ਕੀਚਕ ਨੂੰ ਵੀ ਹਉਮੈ ਹੋ ਗਈ ਤੇ ਹਉਮੈ ਦੇ ਵਿੱਚ ਹੀ ਉਹ ਵੀ ਮਾਰਿਆ ਗਿਆ, ਕਾਮ ਵੀ ਹੋ ਗਿਆ, ਕਾਮ ਨਾਲ ਵੀ ਮਾਰਿਆ ਗਿਆ। ਇਹ ਪੰਜ ਵਿਕਾਰ ਮਨੁੱਖ ਨੂੰ ਪਰਮੇਸ਼ਵਰ ਵੱਲੋਂ ਮਿਲੇ ਹੋਏ ਆ। ਹਉਮੈ ਦਾ ਰੋਗ ਤੇ ਉਚੇਚੇ ਤੌਰ ਤੇ ਮਨੁੱਖ ਦੇ ਹਿੱਸੇ ਵਿੱਚ ਆਇਆ ਹੈ ਨਾ। ਸੋ ਇਸੀ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਇਹ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ ਸਤਿਗੁਰਾਂ ਨੇ, ਇਹ ਉਚਾਰਨ ਦਾ ਭਾਵ ਵੀ ਇਹ ਹੈ ਵੀ ਗੁਰਸਿੱਖ ਜਿਹੜੇ ਹਨ ਇਹਨਾਂ ਵਿਕਾਰਾਂ ਤੋਂ ਬਚਣ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁਨ ਜੀ ਦਇਆ ਪ੍ਰਵਾਨ। ਜੀਵਾਂ ਤੇ ਦਇਆ ਕਰਨੀ, ਸੱਚ ਦੇ ਰਸਤੇ ਤੇ ਚੱਲਣਾ, ਇਹ ਗੁਰਸਿੱਖਾਂ ਦਾ ਧਰਮ ਹੈ, ਇਹ ਗੁਰਸਿੱਖਾਂ ਦਾ ਨਿਤਨੇਮ ਹੈ, ਨਿਯਮ ਹੈ, ਪਰਣ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਵਿਕਾਰਾਂ ਤੋਂ ਬਚਾ ਕੇ ਸੱਚ ਦੇ ਰਸਤੇ ਤੇ ਚੱਲਣ ਦਾ ਉਦਮ, ਉਤਸ਼ਾਹ, ਬਲ, ਸ਼ਕਤੀ, ਤਾਕਤ ਬਖਸ਼ਣ, ਤਾਂ ਸਾਡਾ ਮਨੁੱਖਾ ਜੀਵਨ ਜਿਹੜਾ ਹੈ ਸਫਲਾ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮੱਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।